ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪਰਗਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਪੋਹਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਗੋਰੇ ਚਲੇ ਲਗੇ ਸੋ ਲਸ਼ਕਰ ਮਾਹੇ ਝੰਡਾ ਟੁੱਟ ਜਗ ਖੰਡ ਭਾ ਤੰਬੂ ਥਿਰੇ ਸੋ ਨਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਤਿਲਕ ਜੰਜੂ ਦੇ ਰਾਖੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਰਹਿਮਤਾਂ ਵਰਸ ਰਹੀਆਂ ਹਨ, ਜਿਨ੍ਹਾਂ ਦੀ ਦਇਆ ਮਇਆ ਸਦਕਾ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਰੋਮ ਰੋਮ ਕਰਕੇ ਸਾਹਿਬ ਨੌਵੇਂ ਪਾਤਸ਼ਾਹ ਦਾ ਸ਼ੁਕਰ ਹੈ, ਬਾਰੰਬਾਰ ਸ਼ੁਕਰ ਹੈ। हे ਨੌਵੇਂ ਪਾਤਸ਼ਾਹ, ਪਰਮ ਦਿਆਲੂ ਕਿਰਪਾਲੂ ਸਤਿਗੁਰੂ ਜੀ, ਆਪ ਜੀ ਦਾ ਸ਼ੁਕਰ ਹੈ। ਤੁਹਾਡੀ ਰਹਿਮਤ ਨਾਲ, ਸਾਡਾ ਨਹੀਂ ਕੋਈ ਕਰਮ ਹੈ, ਸਾਡੀ ਨਹੀਂ ਕੋਈ ਕਰਤੂਤ ਹੈ, ਇਹ ਤੁਹਾਡਾ ਤਰਸ ਹੈ, ਤੁਹਾਡੀ ਕਿਰਪਾ ਹੈ ਕਿ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੀ ਹਜ਼ੂਰੀ 'ਚ ਜੁੜ ਬੈਠੇ ਹਾਂ। ਸਹਿਬੇ ਕਮਾਲ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇ ਗੁਰ ਤੇਗ ਕੇ ਧਨੀ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ,
ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਵਹਿ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਅਨੰਦਪੁਰ ਸਾਹਿਬ ਦੇ ਚਾਰੇ ਪਾਸੇ ਦੁਸ਼ਮਣ ਦਲ ਦਾ ਘੇਰਾ ਹੈ। ਸੂਬਾ ਸਰਹੰਦ, ਸੂਬਾ ਲਾਹੌਰ ਇੱਕ ਵੱਡਾ ਤੰਬੂ ਲਾ ਕੇ ਸਾਹਮਣੇ ਕੁਝ ਦੂਰੀ ਤੇ ਬੈਠੇ ਨੇ। ਕਲਗੀਧਰ ਜੀ ਉੱਚੇ ਟਿੱਬੇ ਤੇ ਸਿੰਘਾਸਣ ਸਜਿਆ ਹੋਇਆ ਸਿੰਘਾਂ ਨੂੰ ਦਰਸ਼ਨ ਦੇ ਰਹੇ ਨੇ। ਮਹਾਰਾਜ ਜੀ ਮੁਸਕਰਾਉਂਦਿਆਂ ਕਹਿੰਦੇ, ਉਹਦੇ ਸਿੰਘ ਦੁਸ਼ਮਣ ਫੇਰ ਅੱਜ ਨਿਸ਼ਚਿੰਤ ਜਿਹਾ ਹੋਇਆ ਬੈਠਾ ਪ੍ਰਤੀਤ ਹੁੰਦਾ ਹੈ। ਉਹਦੇ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਚਲਾਏ ਤੀਰਾਂ ਨੂੰ ਕੁਝ ਦਿਨ ਬੀਤ ਗਏ ਨੇ, ਇਸ ਕਰਕੇ ਭੁੱਲ ਗਏ ਹੋਣਗੇ। ਗੁਰਦੇਵ ਨੇ ਹੁਕਮ ਕੀਤਾ ਕਿ ਦੁਸ਼ਮਣ ਸਾਡੇ ਚਾਰੇ ਪਾਸੇ ਘੇਰਾਬੰਦੀ ਕਰਕੇ ਬੈਠੇ ਤੇ ਸੁਖੀ ਬੈਠੇ, ਗੱਲ ਯੋਗ ਨਹੀਂ। ਕਿਉਂਕਿ ਅੰਦਰ ਸਿੰਘਾਂ ਨੂੰ ਵੀ ਤਾਂ ਪਰੇਸ਼ਾਨੀ ਸੀ, ਅੰਨ ਪਾਣੀ ਮੁੱਕ ਰਿਹਾ ਸੀ, ਰਸਤਾਂ ਮੁੱਕ ਰਹੀਆਂ ਸੀ। ਇਹ ਕਿਉਂ ਫਿਰ ਬਾਹਰ ਸੁੱਖ ਦੀ ਨੀਂਦੇ ਸੌਣ? ਜਿਹੜੇ ਚੜ ਕੇ ਆਏ ਨੇ ਫਿਰ ਇਹ ਮਿੱਤਰ ਥੋੜੀ ਨੇ। ਲਿਆਓ ਬਿਜ ਕੋਖਣ ਤੇ ਬਾਗਣ, ਮਹਾਰਾਜ ਜੀ ਦੀਆਂ 2 ਤੋਪਾਂ ਸਨ। ਉਹ ਤੋਪਾਂ ਲਿਆ ਕਰਕੇ ਰੱਖੀਆਂ। ਭਾਈ ਸਾਹਿਬ ਨੇ ਇੰਨਾ ਸੋਹਣਾ ਅਲੰਕਾਰ ਬੰਨਿਆ, ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਰੱਖਿਆ ਜਿਹੜੀ ਹੁੰਦੀ ਨਾ, ਰੱਖਿਆ ਮਾਨੋ ਨੇ ਤੋਪ ਦਾ ਰੂਪ ਧਾਰਨ ਕੀਤਾ ਤੇ ਕਲਗੀਧਰ ਜੀ ਦੀ ਸੇਵਾ 'ਚ ਖੜੀ ਹੈ। ਬਿਜ ਕੋਖਣ ਤੇ ਬਾਗਣ, ਇਹ 2 ਨਾਂ ਸਤਿਗੁਰਾਂ ਨੇ ਆਪ ਰੱਖੇ ਸੀ ਨਾ ਤੋਪਾਂ ਦੇ। ਗੋਲੇ ਪਾ ਕੇ ਜਦੋਂ ਦਾਗੇ ਨੇ, ਦੁਸ਼ਮਣ ਦਾ ਜਿੱਥੇ ਤੰਬੂ ਦਾ ਕਲਸ਼ ਸੀ ਉਹਦੇ 'ਚ ਜਾ ਕੇ ਵੱਜਾ ਗੋਲਾ। ਜਿਹੜਾ ਇਹਨਾਂ ਦਾ ਨਿਸ਼ਾਨ ਲੱਗਾ ਸੀ, ਝੰਡਾ ਝੂਲਦਾ ਸੀ, ਝੰਡੇ ਨੂੰ ਜਾ ਕੇ ਵੱਜਾ। ਉੱਤੋਂ ਜਿਹੜੀ ਗੁੰਬਦੀ ਜੀ ਸੀ, ਉਹ ਕਲਸ਼ ਵਗੈਰਾ ਉਹ ਡਿੱਗ ਕੇ ਜ਼ਮੀਨ ਤੇ ਜਾ ਪਿਆ, ਨਿਸ਼ਾਨ ਇਹਨਾਂ ਦਾ ਟੁੱਟ ਗਿਆ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗ 'ਚ ਸਰਵਣ ਕੀਤੀ ਹੈ। ਆਓ ਜਿੱਥੇ ਕਥਾ ਛੱਡੀ ਸੀ ਉੱਥੋਂ ਲੜੀ ਪ੍ਰਾਰੰਭ ਕਰੀਏ। ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦੇ ਆਖੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਗੋਰੇ ਚਲੇ, ਲਗੇ ਸੋ ਲਸ਼ਕਰ ਮਾਹੇ। ਇਸ ਪ੍ਰਕਾਰ ਨਾਲ ਮਹਾਰਾਜ ਜੀ ਦੀਆਂ ਤੋਪਾਂ ਵਿੱਚੋਂ ਗੋਲੇ ਦਗੇ ਹਨ, ਮਾਨੋ ਜਿਵੇਂ ਅੱਗ ਹੀ ਉਗਲੀ ਹੈ। ਏਦਾਂ ਜਾਪਦਾ ਜਿਵੇਂ ਬੱਦਲ ਗਰਜੇ ਨੇ ਤੇ ਬਿਜਲੀ ਦੇ ਚਮਕਣ ਦੀ ਕੜਕਣ ਦੀ ਆਵਾਜ਼ ਆਈ ਹੈ। ਉਹ ਗੋਲੇ ਜਾ ਕੇ ਦੁਸ਼ਮਣ ਦਲ ਦੇ ਉੱਤੇ ਪਏ ਨੇ, ਜਿੱਥੇ ਇਹਨਾਂ ਦੋਨਾਂ ਸੂਬੇਦਾਰਾਂ ਨੇ ਆਪਣਾ ਡੇਰਾ ਕੀਤਾ ਹੋਇਆ ਸੀ। ਝੰਡਾ ਟੁੱਟ ਜਗ ਖੰਡ ਭਾ, ਤੰਬੂ ਥਿਰੇ ਸੋ ਨਾਹੇ। ਇਹਨਾਂ ਦਾ ਜਿਹੜਾ ਝੰਡਾ ਸੀ ਉਹ ਟੁੱਟ ਕੇ ਜੁਗ ਖੰਡ 2 ਹਿੱਸਿਆਂ ਦੇ ਵਿੱਚ ਜ਼ਮੀਨ ਦੇ ਉੱਤੇ, ਜੁਗ ਦਾ ਮਤਲਬ ਹੁੰਦਾ 2 ਹਿੱਸਿਆਂ ਦੇ ਵਿੱਚ ਇਹਨਾਂ ਦਾ ਝੰਡਾ ਜਿਹੜਾ ਸੀ ਉਹ ਟੁੱਟ ਕੇ ਜ਼ਮੀਨ ਦੇ ਉੱਤੇ ਜਾ ਪਿਆ। ਔਰ ਇਹਨਾਂ ਦਾ ਜਿਹੜਾ ਤੰਬੂ ਸੀ ਉਹ ਵੀ ਨਹੀਂ ਟਿਕਿਆ, ਉਹਦੇ ਉੱਤੇ ਲੱਗਾ ਕਲਸ਼ ਕਿਤੇ ਗਿਆ, ਤੰਬੂ ਕਿਤੇ ਗਿਆ, ਕਨਾਤਾਂ ਕਿਤੇ ਗਈਆਂ। ਸਵਈਆ ਖਾਨ ਵਜੀਦ ਲਾਹੌਰ ਪਤੀ ਜੁਗ। ਔਰ ਲਾਹੌਰ ਦਾ ਪਤੀ ਯਾਨੀ ਕਿ ਸੂਬੇਦਾਰ, ਔਰ ਦੂਜੇ ਪਾਸੇ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਤੇ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ। ਦੇਖ ਕੇ ਗੋਰਨ ਕੀ ਅਸ ਮਾਰਾ। ਇਹਨਾਂ ਨੇ ਜਦੋਂ ਵੇਖਿਆ ਨਾ ਵੀ ਗੋਲਿਆਂ ਦੀ ਮਾਰ ਪਈ ਹੈ ਤੇ ਦੌੜ ਕੇ ਭੱਜ ਕੇ ਆਪਣੀ ਜਾਨ ਬਚਾਉਣ ਵਾਸਤੇ ਦੌੜਨ ਲੱਗੇ। ਛੋਰ ਭਜੇ ਆਪਨੋ ਥਲ ਤਾਛਿਨ। ਉਸੇ ਵੇਲੇ ਜਿੱਥੇ ਬੈਠੇ ਸੀ ਨਾ, ਉੱਥੋਂ ਆਪਣੀ ਉਹ ਜਗ੍ਹਾ ਛੱਡ ਕੇ ਅੱਗੇ ਲੱਗ ਕੇ ਭੱਜਣ ਲੱਗੇ, ਦੌੜਨ ਲੱਗੇ ਦੋਵੇਂ ਸੂਬੇਦਾਰ। ਆਯੁਧ ਨਾ ਤਨ ਚੀਰ ਸੰਭਾਰਾ। ਨਾ ਸਰੀਰ ਤੇ ਕੱਪੜਿਆਂ ਦੀ ਸੰਭਾਲ ਕੀਤੀ, ਪੱਗਾਂ ਲਾ ਕੇ ਰੱਖੀਆਂ ਉੱਥੇ ਰਹਿ ਗਈਆਂ। ਤਲਵਾਰਾਂ ਰੱਖੀਆਂ ਸੀ ਸਰਾਣੇ, ਉਹ ਵੀ ਉੱਥੇ ਹੀ ਪਈਆਂ ਰਹਿ ਗਈਆਂ। ਸ਼ਸਤਰ ਨਹੀਂ ਸੰਭਾਲ ਸਕੇ,
ਆਪਣੇ ਕੱਪੜੇ ਵੀ ਇਹਨਾਂ ਕੋਲੋਂ ਸੰਭਾਲ ਨਹੀਂ ਹੋਏ, ਕਿਉਂਕਿ ਬੇਫਿਕਰੇ ਹੋ ਕੇ ਬੈਠੇ ਸੀ। ਤੇ ਇੱਕਦਮ ਜਾਨ ਬਚਾਉਣ ਵਾਸਤੇ ਦੌੜੇ ਨੇ। ਜਦੋਂ ਗੋਲਿਆਂ ਦੀ ਮਾਰ ਪਈ, ਵਾਹਨ ਕੌਣ ਉਡੀਕ ਕਰ ਤਬ। ਕਹਿੰਦੇ ਜਦੋਂ ਕੱਪੜੇ ਨਹੀਂ ਸੰਭਾਲੇ, ਹਥਿਆਰ ਨਹੀਂ ਸੰਭਾਲੇ, ਤੇ ਘੋੜਿਆਂ ਨੂੰ ਕਿਹਨੇ ਉਡੀਕਣਾ ਸੀ? ਆਪਣੇ ਵਾਹਨਾਂ ਦੀ ਉਡੀਕ ਕਿਹਨੇ ਕਰਨੀ ਸੀ? ਪੈਦਲ ਹੀ ਦੌੜਨ ਲੱਗੇ, ਪੈਦਲ ਹੀ ਭੱਜਣ ਲੱਗੇ। ਹੋਏ ਬੇਹਾਲ ਭਜੇ ਸਿਰਦਾਰਾ। ਵੱਡੇ ਵੱਡੇ ਜਿਹੜੇ ਇਹਨਾਂ ਦੇ ਸਰਦਾਰ ਸਨ, ਵੱਡੇ ਵੱਡੇ ਅਫਸਰ ਸਨ, ਵਜ਼ੀਰ ਸਨ, ਉਹ ਵੀ ਬੇਹਾਲ ਹੋ ਕੇ ਭੱਜਣ ਲੱਗੇ। ਕੋਈ ਸੇਵਾਦਾਰ ਉਹ ਨਾਲਿਓਂ ਕਹਿੰਦੇ ਆ ਜੀ ਘੋੜਾ ਤਾਂ ਲੈ ਲਈਏ, ਕਹਿੰਦੇ ਜਾਨ ਬਚ ਜਾਏਗੀ, ਘੋੜਾ ਵੀ ਆ ਜਾਏਗਾ। ਕਹਿੰਦੇ ਬਿਨਾਂ ਘੋੜਿਆਂ ਤੋਂ ਪੈਰਾਂ ਨਾਲ ਹੀ ਦੌੜਨ ਲੱਗੇ। ਮੈਂ ਅੱਗੇ ਵੀ ਇੱਕ ਬਚਨ ਆਪ ਜੀ ਨਾਲ ਸਾਂਝਾ ਕਰਦਾ ਹੁੰਨਾ। ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ, ਨਿਹੰਗ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ 6ਵੇਂ ਜਥੇਦਾਰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ 6ਵੇਂ। ਜੰਗ ਹੋਇਆ ਨਾ ਨੌਸ਼ਹਿਰੇ ਦੇ ਵਿੱਚ, ਤੇ ਇੱਕ ਕਾਜੀ ਉਹ ਜੰਗ ਦੇ ਮੈਦਾਨ ਚੋਂ ਦੌੜ ਕੇ ਅਫਗਾਨਿਸਤਾਨ ਦੇ ਇਲਾਕੇ 'ਚ ਪਹੁੰਚਿਆ। ਜਦੋਂ ਉੱਥੇ ਪਹੁੰਚਿਆ ਤੇ ਜਿਹੜਾ ਉੱਥੋਂ ਦਾ ਨਵਾਬ ਸੀ, ਉਹਨੂੰ ਜਾ ਕੇ ਮਿਲਣ ਦੀ ਬਜਾਏ ਆਪਣੇ ਪੈਰਾਂ ਤੇ ਮੱਥਾ ਟੇਕੀ ਜਾਏ। ਨਵਾਬ ਨੇ ਪੁੱਛਿਆ, ਕਾਜੀ ਸਾਹਿਬ ਇਹ ਕੀ ਗੱਲ, ਇਹ ਆਪਣੇ ਪੈਰਾਂ ਨੂੰ ਮੱਥਾ ਟੇਕੀ ਜਾਂਦੇ ਹੋ? ਕਹਿੰਦੇ ਜੇ ਇਹ ਨਾ ਹੁੰਦੇ ਤੇ ਅਕਾਲੀ ਫੂਲਾ ਸਿੰਘ ਨੇ ਸਾਨੂੰ ਮਾਰ ਦੇਣਾ ਸੀ, ਇਹਨਾਂ ਨਾਲ ਭੱਜ ਕੇ ਆਇਆ ਤਾਂ ਇਹਨਾਂ ਨੂੰ ਮੱਥਾ ਟੇਕਦਾ। ਕਹਿੰਦਾ ਕਾਜੀ ਸਾਹਿਬ ਇੰਨੇ ਡਰੇ ਹੋ, ਜੇ ਕਿਤੇ ਜਿਹਾਦ ਦੇ ਨਾਂ ਤੇ, ਧਰਮ ਦੇ ਨਾਂ ਤੇ ਲੜਨਾ ਪਵੇ ਤੇ ਨਹੀਂ ਲੜੋਗੇ ਉਹਨਾਂ ਨਾਲ? ਕਹਿੰਦਾ ਜੀ ਜ਼ਰੂਰ ਲੜਾਂਗੇ, ਪਰ ਬਰਛਾ ਇੰਨਾ ਵੱਡਾ ਹੋਣਾ ਚਾਹੀਦਾ ਕਿ ਉਹਦਾ ਪਿਛਲਾ ਸਿਰਾ ਮੇਰੇ ਹੱਥ ਵਿੱਚ ਹੋਵੇ ਤੇ ਅਗਲਾ ਸਿਰਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਵੇ, ਤੇ ਮੈਂ ਅਫਗਾਨਿਸਤਾਨ 'ਚ ਖਲੋਤਾ ਹੋਵਾਂ ਫਿਰ ਲੜ ਸਕਦਾ, ਕੋਲ ਜਾ ਕੇ ਨਹੀਂ ਲੜ ਸਕਦਾ। ਕਹਿੰਦਾ ਮੈਂ ਸੁਣਿਆ ਉੱਥੇ ਕਿਲਾ ਬੜਾ ਵੱਡਾ ਸੀ, ਤੁਸੀਂ ਉਹਦੇ 'ਚ ਕਿਉਂ ਨਹੀਂ ਵੜੇ? ਕਹਿੰਦਾ ਨਵਾਬ ਸਾਹਿਬ ਉਹ ਤਾਂ ਤੁਸੀਂ ਇੱਥੇ ਅਫਗਾਨਿਸਤਾਨ ਲਿਆ ਸਕਦੇ ਹੋ ਕਿਲਾ ਉੱਥੋਂ। ਕਹਿੰਦਾ ਉਹ ਕਿਵੇਂ ਆ ਜਾਏਗਾ? ਕਹਿੰਦੇ ਤੁਸੀਂ 4 ਭਰਾ ਹੋ, ਚਾਰਾਂ ਨੂੰ ਇੱਕ ਕੰਧ ਨਾਲ ਬੰਨ੍ਹ ਦਿੰਦੇ ਆ ਕਿਲੇ ਦੀ, ਉਧਰੋਂ ਕਹਿ ਦਿੰਦੇ ਆ ਅਕਾਲੀ ਫੂਲਾ ਸਿੰਘ ਨੂੰ ਵੀ ਆ ਜੇ ਬਰਛਾ ਲੈ ਕੇ। ਜਦੋਂ ਉਹਨੇ ਆਉਣਾ ਤੁਸੀਂ ਜਿਉਂ ਦੌੜਨਾ, ਤੁਹਾਡੇ ਨਾਲ ਕਿਲਾ ਵੀ ਪੁੱਟਿਆ ਪਟਾਇਆ ਇੱਥੇ ਪਹੁੰਚ ਜਾਣਾ ਅਫਗਾਨਿਸਤਾਨ 'ਚ। ਇਹ ਸੀ ਸਿੰਘਾਂ ਦੀ ਸੂਰਮਤਾਈ ਦੀ ਗਾਥਾ, ਜਿਹੜੇ ਕਾਜ਼ੀਆਂ ਨੇ ਵੀ ਆਪਣੇ ਮੂੰਹੋਂ ਬੋਲ ਕੇ ਸੁਣਾਈ ਹੈ। ਇਹ ਹੁਣ ਦੌੜੇ ਜਾਣ, ਜਦੋਂ ਤੋਪਾਂ ਦੇ ਗੋਲੇ ਵੱਜਣ, ਘੋੜੇ ਕਿੱਥੇ ਵਡੀਕਦੇ ਨੇ ਵੀ ਘੋੜੇ ਆਉਣਗੇ ਤੇ ਉਹਨਾਂ ਤੇ ਬਹਿ ਕੇ ਜਾਵਾਂਗੇ। ਆਪਣੇ ਪੈਰਾਂ ਨਾਲ ਹੀ ਦੌੜੇ ਜਾਂਦੇ, ਭੱਜੇ ਜਾਂਦੇ। ਜਿਹੜੇ ਵੱਡੇ ਵੱਡੇ ਇਹਨਾਂ ਦੇ ਪ੍ਰਧਾਨ ਵਜ਼ੀਰ ਸਨ, ਉਹ ਵੀ ਨੱਠੇ ਜਾਣ। बीच थिरे दल आपन किन है। ਔਰ ਆਪਣੇ ਦਲ ਦੇ ਵਿੱਚ ਵੀ ਨਹੀਂ ਥਿਰੇ, ਜਿਹੜੀ ਇਹਨਾਂ ਦੀ ਆਪਣੀ ਫੌਜ ਸੀ ਉਹਨੂੰ ਵੀ ਛੱਡ ਕੇ ਬਾਹਰ ਦੂਰ ਤੱਕ ਨਿਕਲ ਗਏ। ਤੂਰਨ ਦੌੜ ਕੇ ਕੀਨ ਕਿਨਾਰਾ, ਦੌੜ ਕੇ ਕਿਨਾਰਾ ਜਾ ਕਰਕੇ ਚਲੇ ਗਏ, ਇੱਕ ਪਾਸੇ ਜੇ ਹੋ ਕੇ ਦੂਰ ਜਾ ਕੇ ਖਲੋ ਗਏ, ਆਪਣੀ ਫੌਜ ਵਿੱਚ ਵੀ ਨਹੀਂ ਖਲੋਤੇ। ਗੋਰਨ ਕੀ ਅਸ ਮਾਰ ਕਰੀ, ਕਹਿੰਦੇ ਗੋਲਿਆਂ ਦੀ ਇਹੋ ਜੀ ਮਾਰ ਕੀਤੀ ਮਹਾਰਾਜ ਕਲਗੀਧਰ ਜੀ ਦੀਆਂ ਤੋਪਾਂ ਨੇ। ਜੁਗ ਤੋਪ ਛੁਟੈ ਤਬ ਬਾਰੰਬਾਰਾ, ਮਹਾਰਾਜ ਜੀ ਦੀਆਂ ਤੋਪਾਂ ਵਾਰੋ ਵੇਰੀ ਚੱਲਦੀਆਂ ਨੇ। ਕਦੇ ਬਿਜ ਘੋਖ ਦਾ ਗੋਲਾ ਦਾਗਦੇ ਨੇ, ਕਦੇ ਬਾਗਣ ਦਾ ਗੋਲਾ ਦਾਗਦੇ ਹਨ। ਮਾਰ ਦੀਏ ਤੁਰਕਾਨ ਮਹਾਭਟ, ਵੱਡੇ ਵੱਡੇ ਇਹਨਾਂ ਦੇ ਜਿਹੜੇ ਤੁਰਕ ਮਲੇਛ ਸਨ, ਸੂਰਮੇ, ਉਹ ਜੰਗ ਦੇ ਮੈਦਾਨ ਵਿੱਚ ਗੋਲਿਆਂ ਨਾਲ ਹੀ ਖਾਲਸੇ ਨੇ ਮਾਰ ਦਿੱਤੇ, ਤੋਪਚੀਆਂ ਨੇ ਮਾਰ ਦਿੱਤੇ। ਕੀਨ ਵਿਚਾਰ ਨ ਹੈ ਉਪਚਾਰਾ, ਹੁਣ ਇਹਨਾਂ ਨੇ ਵਿਚਾਰ ਕੀਤੀ ਵੀ ਕੋਈ ਉਪਚਾਰ ਨਜ਼ਰ ਨਹੀਂ ਆਉਂਦਾ, ਵੀ ਗੋਲਿਆਂ ਨੂੰ ਕਿਵੇਂ ਰੋਕੀ, ਉਹ ਤਾਂ ਰੋਕੇ ਨਹੀਂ ਜਾਣੇ, ਹੋਰ ਕੋਈ ਉਪਚਾਰ ਇਹਨਾਂ ਨੂੰ ਨਹੀਂ ਸੁਝਦਾ। ਭਾਜਤ ਹੈ ਤਜ ਕੈ ਪਟ ਆਯੁਧ, ਹੁਣ ਇੱਕੋ ਹੀ ਰਾਹ ਦਿਸਦਾ ਭੱਜਣ ਵਾਲਾ, ਤੇ ਉਹ ਵੀ ਆਪਣੇ ਹਥਿਆਰ ਛੱਡ ਕੇ ਭੱਜੀ ਜਾਂਦੇ ਨੇ। ਜਦੋਂ ਗੋਲੇ ਆ ਕੇ ਵੱਜਦੇ ਆ ਨਾ ਇਹਨਾਂ ਤੇ ਆਪਣੇ ਹਥਿਆਰ ਆਪਣੇ ਆਸਣਾ ਤੇ ਹੀ ਛੱਡ ਕੇ ਭਜਦੇ ਨੇ, ਨੱਠਦੇ ਨੇ। ਤਰਾਸ ਪਇਓ ਤੁਰਕਾਨ ਮੈਂ ਭਾਰਾ, ਇਹ ਤਾਂ ਇਹਨਾਂ ਸਾਰੇ ਮਲੇਛਾਂ ਵਿੱਚ, ਤੁਰਕਾਂ ਵਿੱਚ ਗੁਰੂ ਖਾਲਸੇ ਦਾ ਤਰਾਸ ਤੇ ਡਰ ਵੇਖਣ ਵਿੱਚ ਆ ਰਿਹਾ ਹੈ। ਖਾਲਸਾ ਜੀ ਝੂਠ ਜਿੰਨਾ ਮਰਜ਼ੀ ਬਲਵਾਨ ਹੋਵੇ, ਸੱਚ ਦੇ ਸਾਹਮਣੇ ਡਰੇਗਾ, ਕੰਬੇਗਾ। ਇਹ ਸਾਰੇ ਡਰ ਰਹੇ ਨੇ, ਭੈ ਭੀਤ ਹੋ ਰਹੇ ਨੇ। ਫੂਟ ਗਏ ਸਿਰ ਟੁੱਟ ਗਏ ਪੱਗ, ਕਈਆਂ ਦੇ ਸਿਰ ਟੁੱਟ
ਟੁੱਟ ਗਏ, ਕਈਆਂ ਦੀਆਂ ਲੱਤਾਂ ਟੁੱਟ ਗਈਆਂ, ਕਈਆਂ ਦੇ ਪੈਰਾਂ 'ਚ ਗੋਲੇ ਵੱਜੇ, ਪੈਰ ਤੋੜ ਕੇ ਰੱਖ ਦਿੱਤੇ। ਛੂਟ ਗਏ ਹਥਿਆਰ ਨਾ ਧਾਰਾ, ਹਥਿਆਰ ਹੱਥੋਂ ਛੁੱਟ ਗਏ, ਮੁੜ ਕੇ ਇਹਨਾਂ ਕੋਲ ਇੰਨੀ ਤਾਕਤ ਨਹੀਂ ਕਿ ਹਥਿਆਰ ਆਪਣੇ ਹੱਥਾਂ 'ਚ ਸੰਭਾਲ ਸਕਣ। ਦੀਰਗ ਦੂਰ ਇਤੀ ਲਾਗੇ ਆਵਹਿ, ਇੰਨੀ ਦੂਰ ਤੱਕ ਕਹਿੰਦੇ ਗੋਲੇ ਚੱਲ ਕੇ ਆ ਰਹੇ ਨੇ। ਇਹਨਾਂ ਦੀ ਹੈਰਾਨੀ ਦੀ ਹੱਦ ਨਹੀਂ ਹੋ ਰਹੀ ਕਿ ਜਿਹੜੇ ਗੋਲੇ ਨੇ ਉਹ ਚਲਾਏ ਹੋਏ ਇੰਨੀ ਦੂਰ ਤੱਕ ਕਿਵੇਂ ਆ ਰਹੇ ਨੇ। ਇੰਨੀ ਦੂਰ ਤੱਕ ਤਾਂ ਤੋਪ ਦੀ ਮਾਰ ਨਹੀਂ ਹੁੰਦੀ, ਏਦਾਂ ਸੋਚਦੇ ਨੇ। ਤੋਪ ਦਰਾਜ ਕਹਾਂ ਅਸ ਭਾਰੀ, ਕਹਿੰਦੇ ਇਹੋ ਜੀ ਕਿਹੜੀਆਂ ਵੱਡੀਆਂ ਤੋਪਾਂ ਨੇ ਗੁਰੂ ਜੀ ਦੇ ਕੋਲ ਜਿਹੜੇ ਗੋਲੇ ਮਾਰ ਕੇ ਇੰਨੀ ਦੂਰ ਤੱਕ ਭੇਜ ਰਹੇ ਹਨ। ਬ੍ਰਿੰਦ ਬਿਤੇ ਦਿਨ ਕੀਨੇ ਨ ਵੇਸਕੋ, ਕਹਿੰਦੇ ਕਈ ਦਿਨ ਸਾਨੂੰ ਬਤੀਤ ਹੋ ਗਏ ਨੇ ਇੱਥੇ, ਤੇ ਗੁਰੂ ਜੀ ਤੇ ਉਹਨਾਂ ਦੀਆਂ ਫੌਜਾਂ ਕਈ ਦਿਨਾਂ ਦੀਆਂ ਅੰਦਰ ਬੰਦ ਹਨ। ਕੋਈ ਨਾ ਪਹੁੰਚ ਸਕਿਓ ਨਹਿ ਮਾਰੀ, ਉਹ ਸਾਡੇ ਤੱਕ ਨਹੀਂ ਪਹੁੰਚੇ ਇੱਥੇ ਤਾਈਂ, ਤੇ ਹੁਣ ਤਾਈਂ ਕਦੇ ਕੋਈ ਗੋਲਾ ਉਹਨਾਂ ਦਾ ਇੱਥੇ ਤੱਕ ਨਹੀਂ ਪਹੁੰਚਿਆ, ਨਾ ਮਾਰ ਸਕੇ ਨੇ। ਅੱਜ ਕਹਾ ਇਹ ਕੌਤਕ ਭਾਜਿਮ, ਅੱਜ ਪਤਾ ਨਹੀਂ ਇਹ ਕੌਤਕ ਕੀ ਹੋਇਆ ਹੈ। ਅੱਜ ਪਤਾ ਨਹੀਂ ਗੁਰੂ ਦੀ ਸ਼ਾਇਦ ਕੋਈ ਕਰਾਮਾਤ ਕੰਮ ਕਰ ਰਹੀ ਹੈ। ਪੂਰਬ ਤੀਰ ਆਏ ਇੱਕ ਬਾਰੀ, ਪਹਿਲਾਂ ਇਹਨਾਂ ਦੇ ਤੀਰ ਆਏ ਸਨ, 2 ਤੀਰ ਮਾਰੇ ਸਨ ਉਹਨਾਂ ਨੇ, ਉਹ ਤਕਰੀਬਨ 2.5 ਕੋਹ ਦੇ ਫਾਸਲੇ ਤੱਕ ਆਏ ਸਨ। ਅਸੀਂ ਉੱਥੋਂ ਪਿੱਛੇ ਤਾਈਂ ਆ ਗਏ, 4 ਕੋਹ ਤੱਕ ਆ ਕੇ ਬਹਿ ਗਏ, ਇੱਥੇ ਤੱਕ ਗੋਲੇ ਆ ਰਹੇ ਨੇ ਉਹਨਾਂ ਦੇ। ਕਹਿੰਦੇ ਬੜੀ ਹੈਰਾਨੀ ਵਾਲੀ ਗੱਲ ਹੈ, ਕੁਝ ਦਿਨ ਪਹਿਲਾਂ ਇਹਨਾਂ ਦੇ ਤੀਰ ਆਏ ਸਨ। ਹਿੰਦਨ ਕੋ ਇਹ ਪੀਰ ਕਹਾਵਤ, ਇਹ ਹਿੰਦੂਆਂ ਦਾ ਪੀਰ ਤੇ ਸਿੱਖਾਂ ਦਾ ਗੁਰੂ ਕਹਾਉਂਦਾ ਹੈ ਕਰਾਮਾਤ ਕੇ ਆਏ ਅਗਾਰੀ। ਜ਼ਰੂਰ ਇਹਦੇ ਕੋਲ ਕੋਈ ਕਰਾਮਾਤ ਹੈ। ਇਹਦੀ ਕਰਾਮਾਤ ਨਾਲ ਇੰਨੀ ਦੂਰ ਤੱਕ 4 ਕੋਹ ਤੱਕ ਗੋਲਾ ਆਉਂਦਾ ਭਲਾ। 4 ਕੋਹ ਤੱਕ ਇੱਥੇ ਗੋਲਾ ਉਹਨਾਂ ਦਾ ਚੱਲ ਕੇ ਆ ਰਿਹਾ ਹੈ। ਇਹ ਜ਼ਰੂਰ ਗੁਰੂ ਦੀ ਕੋਈ ਕਰਾਮਾਤ ਤੇ ਸ਼ਕਤੀ ਨਾਲ ਆ ਰਹੇ ਨੇ। ਅੰਗ ਤੁਰੰਗਨ ਭੰਗ ਭਏ, ਏਦਾਂ ਬੜੇ ਘੋੜਿਆਂ ਦੇ ਜਿਹੜੇ ਅੰਗ ਨੇ ਉਹ ਭੰਗ ਹੋ ਗਏ। ਕਈ ਘੋੜਿਆਂ ਨੂੰ ਗੋਲੇ ਵੱਜੇ, ਘੋੜੇ ਚਾਲੇ ਪਾ ਗਏ। ਬਹੁ ਵੀਰ ਗਿਰੇ ਲਗ ਕਹਿ ਤਨ ਗੋਰੇ, ਬੜੇ ਯੋਧੇ ਜਿਹੜੇ ਤੁਰਕਾਂ ਦੇ ਸਨ ਜਿਨ੍ਹਾਂ ਨੂੰ ਗੋਲੇ ਵੱਜੇ ਤੇ ਉਹ ਵੀ ਜ਼ਮੀਨ ਤੇ ਵਿਛੀ ਜਾਂਦੇ ਨੇ, ਡਿੱਗੀ ਜਾਂਦੇ ਨੇ। ਓਟ ਮੈਂ ਜਾਏ ਖਰੇ ਥਿਰ ਹੋਵਤ, ਜਿੰਨੇ ਸੂਰਮੇ ਤੇ ਸੂਬੇਦਾਰ ਤੇ ਉਹਨਾਂ ਦੇ ਵਜ਼ੀਰ ਤੇ ਪ੍ਰਧਾਨ ਨੇ, ਉਹ ਸਾਰੇ ਕਿਸੇ ਨਾ ਕਿਸੇ ਓਟ ਦੇ ਓਲੇ ਹੋ ਕੇ, ਪਹਾੜੀ ਇਲਾਕਾ ਹੈ, ਕਿਸੇ ਨਾ ਕਿਸੇ ਪਹਾੜ ਦੇ ਓਲੇ ਹੋ ਕੇ ਲੁਕ ਕੇ ਖਲੋਂਦੇ ਹਨ। ਹੇਰਤ ਬ੍ਰਿੰਦਨ ਵੇਸ ਕੀ ਓਰੇ, ਔਰ ਉਧਰਲੇ ਪਾਸੇ ਜਿੱਧਰੋਂ ਗੋਲੇ ਆ ਰਹੇ ਨੇ ਗੁਰੂ ਪਾਤਸ਼ਾਹ ਜੀ ਵੱਲੋਂ, ਉਧਰ ਵੱਲ ਵੇਖਦੇ ਹਨ। ਸੰਜ ਭਈ ਲਗ ਛੂਟਤ ਦੋਨੋਂ, ਸ਼ਾਮ ਪੈ ਗਈ, ਸੰਧਿਆ ਦਾ ਵੇਲਾ ਹੋ ਗਿਆ। ਸੰਧਿਆ ਵੇਲੇ ਤੱਕ ਤੋਪਾਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ। ਵਾਰੋ ਵੇਰੀ ਕਦੇ ਇੱਕ ਤੋਪ ਦਾ ਗੋਲਾ ਚੱਲਦਾ, ਫਿਰ ਦੂਜੀ ਦਾ ਚੱਲਦਾ, ਏਦਾਂ ਵਾਰੀ-ਵਾਰੀ ਚਲਾਉਂਦੇ ਐ ਤਾਂ ਜੋ ਤੋਪ ਦੀ ਜਿਹੜੀ ਨਾਲ ਹੈ ਉਹ ਗਰਮ ਨਾ ਹੋਵੇ। ਗਰਮ ਹੋ ਕੇ ਫਟ ਵੀ ਸਕਦੀ ਸੀ, ਇਸ ਕਰਕੇ ਵਿਧੀ ਪੂਰਵਕ ਢੰਗ ਨਾਲ ਪਹਿਲਾਂ ਇੱਕ ਚਲਾ ਲੈਣੀ, ਫਿਰ ਦੂਜੀ ਨੂੰ ਭਰਨਾ, ਇੰਨੇ ਨੂੰ ਉਹਨੇ ਠੰਡਾ ਹੋ ਜਾਣਾ। ਏਦਾਂ ਸ਼ਾਮ ਤੱਕ ਦੋਵੇਂ ਤੋਪਾਂ ਦੇ ਗੋਲੇ ਦਗਦੇ ਰਹੇ, ਚੱਲਦੇ ਰਹੇ। ਬਾਗਨ ਸੋਬਿਜ ਕੋਖਨ ਕੋਰੇ, ਕਦੇ ਬਿਜ ਘੋਖ ਚੱਲਦੀ ਹੈ, ਕਦੇ ਬਾਗਣ ਦੇ ਜਿਹੜੇ ਗੋਲੇ ਨੇ ਉਹ ਚੱਲਦੇ ਹਨ। ਬੇਗ ਤੇ ਜਾਤ ਕਰੇ ਉਤਪਾਤ, ਔਰ ਜਦੋਂ ਵੇਗ ਦੇ ਨਾਲ ਜਾਂਦੇ ਨੇ ਗੋਲੇ, ਉਹ ਜਾ ਕੇ ਵੈਰੀਆਂ ਦੇ ਦਲ 'ਚ ਉਤਪਾਤ ਕਰਦੇ ਨੇ। ਵੈਰੀਆਂ ਦੇ ਦਲ ਦੇ ਵਿੱਚ ਜਾ ਕੇ ਜਿਵੇਂ ਤਰਥੱਲੀ ਨਹੀਂ ਮਚਾ ਦਿੰਦੇ, ਏਦਾਂ ਕਰਦੇ ਹਨ। ਪਟ ਗਾਤ ਨਾ ਜੀ ਲਗੈ, ਪਟ ਗਾਤ ਨਾ ਜੀਵਤ ਛੋਰੇ, ਜਿਹੜੇ ਵੀ ਸੂਰਮੇ ਨੂੰ ਜਾ ਕੇ ਗੋਲਾ ਵੱਜਦਾ ਉਹਦੇ ਪ੍ਰਾਣ ਨਹੀਂ ਰਹਿੰਦੇ ਉਹਦੇ ਸਰੀਰ 'ਚ, ਉਹਦੇ ਤਨ 'ਚੋਂ ਦੀ ਜਿਹੜੀ ਜਿੰਦ ਹੈ ਉਹ ਨਿਕਲ ਜਾਂਦੀ ਹੈ। ਉਹਦੇ ਅੰਦਰ ਵਸਣ ਵਾਲਾ ਆਤਮਾ ਰੂਪੀ ਪੰਛੀ ਉੱਡ ਜਾਂਦਾ ਉਹਨਾਂ ਦੇ ਸਰੀਰ ਰੂਪੀ ਆਲਣੇ ਨੂੰ ਛੱਡ ਕੇ। ਸੋਦਰ ਕੋ ਸੁਨ ਸ਼੍ਰੀ ਗੁਰ ਪੂਰਨ, ਇਧਰ ਸੰਧਿਆ ਦਾ ਵੇਲਾ ਹੋਇਆ ਤੇ ਮਹਾਰਾਜ ਜੀ ਨੇ ਤੋਪਾਂ ਬੰਦ ਕਰਾਈਆਂ। ਆਖਿਆ ਖਾਲਸਾ ਜੀ ਚਲੋ ਹੁਣ ਸੋਦਰ ਗਾਈਏ। ਸੋਦਰ ਦੀ ਚੌਂਕੀ ਦਾ ਪਾਠ ਹੋਇਆ ਮਹਾਰਾਜ ਜੀ ਦੇ ਚਰਨਾਂ ਵਿੱਚ। ਸ੍ਰੀ ਰਹਿਰਾਜ ਸਾਹਿਬ ਜੀ ਦੇ ਜਾਪ ਸਿੰਘਾਂ ਨੇ ਕੀਤੇ। ਹੋਤ ਅੰਧੇਰੇ ਉਠੇ ਕਰ ਆਏ, ਰਹਿਰਾਜ ਸਾਹਿਬ ਦਾ ਪਾਠ ਹੋਇਆ, ਆਰਤੀ ਦਾ ਕੀਰਤਨ ਹੋਇਆ। ਫਿਰ ਗੁਰੂ ਖਾਲਸੇ ਨੇ ਅਰਦਾਸ ਕੀਤੀ, ਗ੍ਰੰਥੀ ਸਿੰਘ ਨੇ ਅਰਦਾਸ ਬੇਨਤੀ ਕੀਤੀ। ਇੰਨੇ ਨੂੰ ਹਨੇਰਾ ਪੈ ਚੁੱਕਾ ਸੀ।
ਦੀਵਾਨ ਦੀ ਸਮਾਪਤੀ ਕਰਕੇ ਮਹਾਰਾਜ ਜੀ ਉੱਠੇ ਹਨ। ਤੋਪਨ ਆਨ ਸਥਾਨ ਕਰੀ ਥਿਰ। ਔਰ ਜਿਹੜੀਆਂ ਤੋਪਾਂ ਸਨ ਉੱਥੋਂ ਲਾ ਕੇ ਜਿੱਥੇ ਟਿਕਾਣੇ ਤੇ ਪਹੁੰਚਾਣੀਆਂ ਸਨ, ਪਹਿਲੀ ਜਗ੍ਹਾ ਮੁਕਰਰ ਕੀਤੀ ਹੋਈ ਸੀ, ਉਹ ਲਿਆ ਕੇ ਤੋਪਾਂ ਉੱਥੇ ਰੱਖ ਦਿੱਤੀਆਂ। ਇਹ ਜਿਹੜੀਆਂ ਵੱਡੀਆਂ ਤੋਪਾਂ ਸਨ, ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਛੋਟੀਆਂ ਤੋਪਾਂ ਵੀ ਮਹਾਰਾਜ ਜੀ ਨੇ ਤਿਆਰ ਕਰਵਾਈਆਂ ਸੀ। ਪਰ ਜਦੋਂ ਇਹਨਾਂ ਨੇ ਆਨੰਦਪੁਰ ਸਾਹਿਬ ਤੇ ਬਾਅਦ ਵਿੱਚ ਕਬਜ਼ਾ ਕੀਤਾ ਤੁਰਕਾਂ ਨੇ, ਉਹ ਸਾਰਾ ਰਾਜ ਸਾਜ ਲੁੱਟ ਕੇ ਲੈ ਗਏ। ਉਹਦੇ ਵਿੱਚੋਂ ਦੱਸਿਆ ਡਾਕਟਰ ਭਾਈ ਵੀਰ ਸਿੰਘ ਜੀ ਨੇ ਥੱਲੇ ਟਿੱਪਣੀ ਕਰਕੇ ਕਿ ਜਿਹੜੀਆਂ ਛੋਟੀਆਂ ਦੋ ਤੋਪਾਂ ਉਹ ਲਾਹੌਰ ਪਈਆਂ ਹੋਈਆਂ, ਜਿਹੜੀਆਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਆਪਣੀ ਨਿਗਰਾਨੀ 'ਚ ਬਣਵਾਈਆਂ ਸਨ ਆਨੰਦਪੁਰ ਸਾਹਿਬ ਤੋਂ। ਉਹ ਛੋਟੀਆਂ ਨੇ, ਵੱਡੀਆਂ ਨਹੀਂ ਹਨ, ਬਿਜ ਘੋਖ ਤੇ ਬਾਗਣ ਨਹੀਂ, ਪਰ ਛੋਟੀਆਂ ਤੋਪਾਂ ਨੇ ਜਿਹੜੀਆਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਦੀਆਂ। ਭਾਈ ਵੀਰ ਸਿੰਘ ਦੇ ਸਮੇਂ ਉਹ ਲਾਹੌਰ ਸਨ। ਹੁਣ ਉਹ ਕਿੱਥੇ ਨੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਤੋ ਇਸ ਪ੍ਰਕਾਰ ਨਾਲ ਬਿਜ ਘੋਖ ਤੇ ਬਾਗਣੇ ਦੋਵੇਂ ਤੋਪਾਂ ਮਹਾਰਾਜ ਜੀ ਨੇ ਆਪਣੇ ਟਿਕਾਣੇ ਤੇ ਪਹੁੰਚਵਾਈਆਂ। ਵਾਹਿਗੁਰੂ ਕੀ ਫਤਿਹ ਗਰਜਾਏ। ਔਰ ਇਹ ਵੀ ਅੱਜ ਜੰਗ ਹੀ ਆ ਨਾ, ਜਿੱਤਿਆ ਖਾਲਸੇ ਨੇ। ਇਸ ਕਰਕੇ ਖਾਲਸਾ ਜਦੋਂ ਵਾਪਸ ਆ ਰਿਹਾ, ਆਉਂਦਿਆਂ ਫਤਿਹ ਗਜਾਉਂਦੇ ਆਉਂਦੇ ਆ ਉੱਚੀ ਉੱਚੀ ਆਵਾਜ਼ ਵਿੱਚ, ਗੱਜ ਗੱਜ ਕੇ ਫਤਿਹ ਗਜਾਉਂਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਖਾਲਸਾ ਵਾਹਿਗੁਰੂ ਦਾ ਹੈ, ਇਸ ਕਰਕੇ ਫਤਿਹ ਵੀ ਵਾਹਿਗੁਰੂ ਦੀ ਹੈ। ਏਦਾਂ ਫਤਿਹ ਗਜਾਉਂਦਿਆਂ ਸਿੰਘ ਵਾਪਸ ਆ ਰਹੇ ਨੇ। ਦੇਗ ਦਈ ਬਰਤਾਏ ਤਬੈ। ਇੰਨੇ ਨੂੰ ਰਾਤ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਤਿਆਰ ਹੋਇਆ। ਦੇਗ ਲੰਗਰ ਨੂੰ ਕਹਿ ਦਿੰਦੇ, ਦੇਗ ਕੜਾਹ ਪ੍ਰਸ਼ਾਦ ਨੂੰ ਵੀ ਕਹਿੰਦੇ, ਦੇਗ ਲੰਗਰ ਨੂੰ ਵੀ ਕਹਿੰਦੇ ਨੇ। ਤੋ ਲੰਗਰ ਪ੍ਰਸ਼ਾਦਾ ਜਿਹੜਾ ਸੀ ਉਹ ਸਿੰਘਾਂ ਵਿੱਚ ਵੰਡਿਆ। ਕਰ ਖਾਨ ਰੂਪਾਨ ਥਿਰੇ ਨਿਜ ਥਾਏ। ਸਾਰੀਆਂ ਫੌਜਾਂ ਨੇ ਲੰਗਰ ਪ੍ਰਸ਼ਾਦ ਛਕ ਕੇ ਆਪੋ ਆਪਣੇ ਆਸਣਾਂ ਤੇ ਡੇਰੇ ਕੀਤੇ। ਹਵੈ ਸਵਦਾਨ ਰਹਿ ਤੁਰਕਾਨ ਤੇ। ਮੋਰਚਿਆਂ ਵਿੱਚ ਜਿਹੜੇ ਸਿੰਘ ਨੇ ਉਹ ਸਾਵਧਾਨ ਨੇ, ਔਰ ਤੁਰਕਾਂ ਵਾਲੇ ਪਾਸਿਓਂ ਪੂਰੀ ਨਿਗਰਾਨੀ ਰੱਖਦੇ ਨੇ। ਮਾਰਹਿ ਸਦਾ ਨਹਿ ਮਾਰ ਕੋ ਖਾਏ। ਔਰ ਹਮੇਸ਼ਾ ਮਾਰਦੇ ਨੇ ਦੁਸ਼ਮਣਾਂ ਨੂੰ, ਆਪ ਮਾਰ ਨਹੀਂ ਖਾਂਦੇ। ਮਾਰਦੇ ਹਨ, ਆਪ ਮਾਰ ਨਹੀਂ ਖਾਂਦੇ। ਇੰਨੀ ਸਾਵਧਾਨੀ ਨਾਲ, ਇੰਨੇ ਤਿਆਰ ਬਰ ਤਿਆਰ ਹੋ ਕੇ ਸਿੰਘ ਜੂਝਦੇ ਤੇ ਲੜਦੇ ਹਨ। ਖਾਨ ਵਜੀਦ ਲਾਹੌਰ ਪਤੀ ਤਬ। ਉਧਰ ਵਜੀਦਾ ਤੇ ਲਾਹੌਰ ਦਾ ਜਿਹੜਾ ਜ਼ਬਰਦਸਤ ਖਾਨ ਰਾਜ ਨਵਾਬ ਹੈ, ਦੋਵੇਂ ਜਣੇ ਤੂਰਨ ਲੀਨੇ ਉਠਾਏ ਕ ਡੇਰਾ। ਇਹਨਾਂ ਨੇ ਜਿਹੜਾ ਉਹ ਬਾਅਦ ਵਿੱਚ ਵੇਖਿਆ ਵੀ ਹੁਣ ਚਲੇ ਗਏ ਨੇ, ਫਿਰ ਇਹਨਾਂ ਨੇ ਆਪਣਾ ਡੇਰਾ ਸੰਭਾਲਿਆ ਜਿੱਥੇ ਪਹਿਲਾਂ ਡੇਰਾ ਸੀ। ਬੜੀ ਛੇਤੀ ਨਾਲ ਉੱਥੋਂ ਡੇਰਾ ਆਪਣਾ ਚੁੱਕਿਆ ਤੇ ਕਹਿੰਦੇ ਦੂਰ ਲੈ ਜਾਓ, ਜਿੱਥੇ ਤੋਪ ਦਾ ਗੋਲਾ ਨਾ ਪਹੁੰਚੇ, ਜਿੱਥੇ ਤੀਰ ਨਾ ਪਹੁੰਚੇ, ਓਲੇ ਜੇ ਕਰਕੇ ਲੈ ਜਾਓ, ਕਿਸੇ ਪਹਾੜੀ ਦੇ ਓਲੇ ਜੇ। ਹੁਣ ਸਾਡੇ ਤੇ ਨਿਗਾਹ ਨਾ ਪਵੇ ਉਹਨਾਂ ਦੀ ਵੀ ਅਸੀਂ ਸਾਹਮਣੇ ਬੈਠੇ ਆ। ਜਦੋਂ ਵੇਖ ਲੈਂਦੇ ਨੇ ਸਾਨੂੰ ਸਾਹਮਣੇ ਬੈਠੇ ਆ, ਬਸ ਉਦੋਂ ਹੀ ਕੁਝ ਨਾ ਕੁਝ ਹੁੰਦਾ। ਕਹਿੰਦੇ ਉਹਨਾਂ ਦੀ ਅੱਖਾਂ ਤੋਂ ਹੀ ਓਲੇ ਹੋ ਜਾਓ, ਕਿਸੇ ਪਹਾੜ ਦੇ ਓਲੇ ਜੇ ਜਾ ਕੇ ਆਪਣਾ ਆਸਰਾ ਬਣਾ ਲਈਏ। ਆਨ ਸਥਾਨ ਜਹਾਂ ਦਿੜ ਓਟ ਓਟ ਹੈ। ਕਹਿੰਦੇ ਜਿੱਥੇ ਕੋਈ ਚੰਗੀ ਓਟ ਹੋਵੇ, ਸਾਹਮਣੇ ਕੋਈ ਪਹਾੜੀ ਹੋਵੇ, ਉੱਥੇ ਜਾ ਕੇ ਡੇਰਾ ਕਰੀਏ। ਬਸ ਬੇਹੇਤ ਸੋਚੇ ਤੋ ਹੈ ਹੀਰਾ। ਉਹ ਲੱਭਣ ਲੱਗੇ ਵੀ ਕਿਹੜੀ ਥਾਂ, ਉਧਰ ਹਨੇਰਾ ਵੀ ਪੈ ਚੁੱਕਾ ਸੀ। ਹਨੇਰੇ ਦੇ ਵਿੱਚ ਭਾਲ ਕਰਦੇ ਨੇ, ਡੇਰਾ ਕਰਨ ਵਾਸਤੇ ਟਿਕਾਣਾ ਲੱਭਦੇ ਨੇ। ਤੰਬੂ ਉਖਾੜ ਲਏ ਸਗਰੇ ਉਤ। ਉੱਥੋਂ ਜਿਹੜੇ ਤੰਬੂ ਬਚੇ ਸਨ ਉਹ ਉਖਾੜੇ ਨੇ, ਕਨਾਤਾਂ ਪੁੱਟੀਆਂ ਹਨ। ਕੀਨੇ ਲਗਾਵਨ ਜਾਣੇ ਅਛੇਰਾ। ਔਰ ਕਿਸੇ ਦੂਜੇ ਥਾਂ ਤੇ ਜਿੱਥੇ ਇਹਨਾਂ ਨੇ ਵੇਖਿਆ ਵੀ ਇੱਥੇ ਪੂਰਨ ਤੌਰ ਤੇ ਅਸੀਂ ਬਚੇ ਰਹਾਂਗੇ, ਉੱਥੇ ਜਾ ਕਰਕੇ ਇਹਨਾਂ ਨੇ ਆਪਣੇ ਡੇਰੇ ਕਰ ਲਏ, ਤੰਬੂ ਲਾ ਲਏ। ਰਾਤ ਕੋ ਜਾਗਤ ਹੈ ਸਾਵਧਾਨ। ਰਾਤ ਨੂੰ ਵੀ ਜਾਗਦੇ ਨੇ ਹੁਣ ਸਾਵਧਾਨ, ਕਿਉਂਕਿ ਹੱਥ ਲੱਗੇ ਹੋਏ ਸੀ। ਲੋਹਗੜ੍ਹ ਕਿਲੇ ਚੋਂ ਸਿੰਘਾਂ ਨੇ ਹੱਥ ਲਾਏ ਸੀ ਰਾਤ ਨੂੰ ਵੀ, ਇਸ ਕਰਕੇ ਸੌਂਦੇ ਨਹੀਂ ਹਨ। ਰਾਤ ਨੂੰ ਵੀ ਪੂਰੇ ਜਾਗ ਕੇ ਸਾਵਧਾਨ ਰਹਿੰਦੇ ਹਨ। ਸਿਪਾਹਨ ਕੋ ਬਹੁ ਬਾਰ ਹੀ ਟੇਰਾ। ਔਰ ਖਾਸ ਕਰਕੇ ਵਜੀਦਾ ਤੇ ਸੂਬਾ ਲਾਹੌਰ ਸਿਪਾਹੀਆਂ ਨੂੰ ਕਹਿੰਦਾ, ਓ ਸਿਪਾਹੀਓ ਮੋਰਚੇ 'ਚ ਸੌ ਨਾ ਜਾਇਓ, ਉਹੀ ਹੋਣਾ ਤੁਹਾਡੇ ਨਾਲ ਜੋ ਲੋਹਗੜ੍ਹ ਕਿਲੇ ਵਾਲੇ ਮੋਰਚੇ ਵਾਲਿਆਂ ਨਾਲ ਹੋਇਆ। ਇਸ ਕਰਕੇ ਸਾਵਧਾਨੀ ਨਾਲ ਰਹਿਣਾ। ਬਾਰ-ਬਾਰ ਪ੍ਰੇਰਦੇ ਨੇ, ਬਾਰ-ਬਾਰ ਉਹਨਾਂ ਨੂੰ ਸੁਚੇਤ ਕਰਦੇ ਨੇ। ਤਰਾਸ ਤਰੇ ਨਿਸ ਬਾਸਰ ਮਹਿ। ਰਾਤ ਦਿਨ ਮਨ 'ਚ ਡਰ ਰੱਖਦੇ ਨੇ। ਇਹਨੂੰ ਕਹਿੰਦੇ ਆ ਵੀ, ਕਹਿੰਦੇ ਨਾ ਮਾਰੇ ਨਾਲੋਂ ਡਰਾਇਆ ਚੰਗਾ ਹੁੰਦਾ।
ਇਹ ਡਰੇ ਹੋਏ ਨੇ ਦੋਵੇਂ ਵਜੀਦਾ ਤੇ ਸੂਬਾ ਲਾਹੌਰ। ਕਰ ਦੂਰ ਹੀ ਦੂਰਨ ਵਿਸ ਪਰੇ ਹੈ। ਰੋਜ਼ ਦੂਰ ਦੂਰ ਹੀ ਜਾਂਦੇ ਆ, ਜਿੰਨਾ ਨੇੜੇ ਆਉਣ ਦਾ ਯਤਨ ਕਰਦੇ ਸਤਿਗੁਰੂ ਹੋਰ ਦੂਰ ਕਰ ਦਿੰਦੇ ਇਹਨਾਂ ਨੂੰ, ਤੇ ਦੂਰ ਹੀ ਦੂਰ ਜਾ ਕੇ ਡੇਰਾ ਕਰਦੇ ਨੇ, ਨੇੜੇ ਹੋਣ ਦਾ ਹੌਸਲਾ ਨਹੀਂ ਕਰਦੇ। ਜੋ ਕਿਸ ਦੇਸ਼ ਤੇ ਸਿੰਘ ਇਕੱਤਰ ਹੈ। ਇਧਰੋਂ ਜਿਹੜੇ ਕੋਈ ਸਿੰਘ ਇਕੱਤਰ ਹੁੰਦੇ ਹਨ, ਆਨ ਆਨੰਦਪੁਰੇ ਸੋਬਰੇ ਹੈ। ਸਿੰਘ ਵੀ ਜਿਹੜੇ ਮਹਾਰਾਜ ਜੀ ਦੇ ਮਰ ਜੀਵੜੇ, ਪਤਾ ਵੀ ਘੇਰਾਬੰਦੀ ਹੈ, ਪਰ ਰਾਤ ਬਰਾਤੇ ਸਿੰਘਾਂ ਦੇ ਕੋਲ ਚੋਰ ਰਸਤੇ ਸਨ ਆਨੰਦਪੁਰ ਸਾਹਿਬ ਜਾਣ ਦੇ। ਉਹਨਾਂ ਰਸਤਿਆਂ ਰਾਹੀਂ ਕਿਤੇ ਨਾ ਕਿਤੋਂ 5 ਸਿੰਘ, ਕਿਤੇ 10 ਸਿੰਘ ਉਹ ਰਾਤ ਨੂੰ ਅੰਦਰ ਚਲੇ ਜਾਂਦੇ। ਹਾਲਾਂਕਿ ਘੇਰਾਬੰਦੀ ਹੈ, ਪਰ ਫਿਰ ਵੀ ਸਿੰਘ ਆਲੇ ਦੁਆਲੇ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਜੰਗ ਛਿੜਿਆ, ਉਹ ਕਿਸੇ ਨਾ ਕਿਸੇ ਤਰੀਕੇ ਸੱਜੇ ਖੱਬਿਓਂ ਹੋ ਕੇ ਉਹ ਆਨੰਦਪੁਰ ਸਾਹਿਬ ਮਹਾਰਾਜ ਜੀ ਕੋਲ ਪ੍ਰਵੇਸ਼ ਕਰ ਜਾਂਦੇ ਹਨ। ਘਾਤ ਅਨੇਕਨ ਤੇ ਪ੍ਰਵੇਸ਼ੈ। ਕਈ ਤਰ੍ਹਾਂ ਦੇ ਦਾ ਲਾ ਕੇ, ਭੇਸ ਵਟਾ ਕੇ ਵੀ ਲੰਘਦੇ ਨੇ, ਕਈ ਤਰ੍ਹਾਂ ਦੇ ਦਾ ਕਰਕੇ, ਉਹ ਕਈ ਤਰੀਕਿਆਂ ਦੇ ਨਾਲ ਸਿੰਘ ਜਿਹੜੇ ਨੇ ਉਥੋਂ ਜਿਹੜੇ ਦਾ ਨਾਲ ਨਿਕਲ ਜਾਣ ਉਹੀ ਦਾ ਵਰਤ ਲੈਂਦੇ। ਨੀਤੀ ਵੀ ਇਹੀ ਕਹਿੰਦੀ ਸੀ। ਤੋ ਇਸ ਪ੍ਰਕਾਰ ਨਾਲ ਸਿੰਘ ਚਲੇ ਜਾਂਦੇ ਕਿਲੇ ਦੇ ਵਿੱਚ। ਸ਼ਰਦਾ ਗੁਰ ਭਾਉ ਬਿਸਾਲ ਤਰੇ ਹੈ। ਗੁਰੂ ਪਾਤਸ਼ਾਹ ਤੇ ਪੂਰੀ ਸ਼ਰਧਾ, ਵਿਸ਼ਵਾਸ ਤੇ ਭਰੋਸਾ ਲੈ ਕੇ ਚੱਲਦੇ ਨੇ ਸਿੰਘ। ਜਦੋਂ ਘਰੋਂ ਆਉਂਦੇ ਆ ਅਰਦਾਸ ਕਰਕੇ ਕਿ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਚੱਲਿਆ, ਸਤਿਗੁਰੂ ਆਪੇ ਬੁਲਾਉਣਗੇ। ਉਹ ਇਹ ਨਹੀਂ ਗਿਣਦੇ ਵੀ ਦੁਸ਼ਮਣਾਂ ਦੀ ਫੌਜ ਆ, ਬਾਹਰ ਫੜੇ ਗਏ ਤੇ ਕੀ ਹੋਵੇਗਾ, ਮਾਰਨਗੇ ਜਾਂ ਕੀ ਬਣੇਗਾ। ਬਸ ਗੁਰੂ ਤੇ ਭਰੋਸਾ ਤੇ ਗੁਰੂ ਤੇ ਸ਼ਰਧਾ ਹੈ। ਗੁਰੂ ਭਰੋਸੇ ਦੇ ਉੱਤੇ ਵੱਡੇ ਤੋਂ ਵੱਡੇ ਔਖੇ ਪੈਂਡਿਆਂ ਦੇ ਵਿੱਚੋਂ ਵੀ ਖਾਲਸਾ ਨਿਕਲਦਾ ਹੈ। ਬੜੇ ਬੜੇ ਔਖੇ ਵੇਲੇ ਰਹੇ ਖਾਲਸੇ ਤੇ, ਪਰ ਖਾਲਸੇ ਨੇ ਕਦੇ ਆਪਣੇ ਸਾਹਿਬ ਦਾ ਭਰੋਸਾ ਨਹੀਂ ਛੱਡਿਆ। ਗੁਰੂ ਪਾਤਸ਼ਾਹ ਦੇ ਭਰੋਸੇ ਤੇ ਉਹ ਸਿੰਘ ਕਿਸੇ ਨਾ ਕਿਸੇ ਦਾਲ ਨਾਲ, ਕਿਸੇ ਨਾ ਕਿਸੇ ਉਪਾਅ ਨਾਲ ਆਨੰਦਪੁਰ ਸਾਹਿਬ ਚ ਪ੍ਰਵੇਸ਼ ਕਰਦੇ ਹਨ। ਹੋਤ ਜਬੈ ਸੁਧ ਤੋ ਪਛਤਾਵੈ ਹੈ। ਬਾਅਦ ਚ ਤੁਰਕਾਂ ਨੂੰ ਪਤਾ ਲੱਗਦਾ ਵੀ ਇਹ ਤੇ ਸਿੰਘ ਗਏ ਨੇ ਇੱਥੋਂ ਲੰਘ ਕੇ। ਜਦੋਂ ਉਹਨਾਂ ਨੂੰ ਪਤਾ ਲੱਗਦਾ ਫਿਰ ਉਹ ਬੜਾ ਪਛਤਾਉਂਦੇ ਤੁਰਕ, ਉਹ ਬੜਾ ਪਛਤਾਤਾਪ ਕਰਦੇ ਨੇ। ਯਾ ਤੁਰਕਾਨ ਕੀ ਹਾਨ ਕਰੇ ਹੈ। ਕਹਿੰਦੇ ਵੀ ਸਾਨੂੰ ਪਤਾ ਨਹੀਂ ਲੱਗਣ ਦਿੱਤਾ, ਅੱਖਾਂ 'ਚ ਘੱਟਾ ਪਾ ਕੇ ਲੰਘੇ ਸਾਡੇ ਕੋਲੋਂ, ਇਹ ਤਾਂ ਸਾਡੀ ਹਾਨੀ ਹੋਈ ਹੈ। ਤੇ ਇਦਾਂ ਅੰਦਰ ਜਾਈ ਜਾਣਗੇ ਤਾਂ ਵਧੀ ਜਾਣਗੇ ਅੰਦਰ, ਤੇ ਵਧਣ ਦੇ ਨਾਲ ਇਹਨਾਂ ਦਾ ਹੌਸਲਾ ਵਧੇਗਾ ਤੇ ਸਾਨੂੰ ਮਾਰਨਗੇ। ਦੋਹਰਾ ਲਗੇ ਮੋਰਚੇ ਅਨੰਦਪੁਰ ਦੂਰ ਦੂਰ ਕਰ ਘੇਰ। ਇਹ ਤਾਂ ਆਨੰਦਪੁਰ ਸਾਹਿਬ ਮੋਰਚੇ ਲੱਗੇ ਨੇ, ਦੂਰੋਂ ਦੂਰੋਂ ਦੁਸ਼ਮਣਾਂ ਨੇ ਘੇਰਾਬੰਦੀ ਕੀਤੀ ਹੋਈ ਹੈ। ਲੱਖੋਂ ਫੌਜਾਂ ਚੌਹ ਦਿਸ਼ਨ ਉਤਰੇ ਡੇਰ ਬਡੇਰ। ਲੱਖਾਂ ਦੀ ਗਿਣਤੀ ਵਿੱਚ ਫੌਜਾਂ ਚਾਰੇ ਪਾਸੇ ਦੂਰ ਦੂਰ ਤੱਕ ਦਿਸਦੀਆਂ ਹਨ। ਦੂਰ ਦੂਰ ਤੱਕ ਦੁਸ਼ਮਣਾਂ ਦਾ ਦਲ ਹੀ ਦਲ, ਉਹਨਾਂ ਦੇ ਝੂਲਦੇ ਜਿਹੜੇ ਝੰਡੇ ਨੇ ਦਿਸਦੇ ਨੇ, ਬੈਰਕਾਂ ਦਿਸਦੀਆਂ ਨੇ, ਤੰਬੂ ਤੇ ਕਨਾਤਾਂ ਨਜ਼ਰ ਆਉਂਦੇ ਨੇ। ਚੌਪਈ ਦੁਇਤਰੇ ਮਾਸ ਬੀਤ ਇਮ ਗਏ। ਕਹਿੰਦੇ ਏਦਾਂ ਪਹਿਲਾਂ ਮਹੀਨਾ ਬੀਤਿਆ, ਫਿਰ 2-3 ਮਹੀਨੇ ਬੀਤ ਗਏ, ਦੁਸ਼ਮਣ ਨੂੰ ਘੇਰਾ ਪਾਇਆ। 8 ਮਹੀਨੇ ਤੋਂ ਵੱਧ ਘੇਰਾਬੰਦੀ ਰਹੀ ਹੈ। ਕਹਿੰਦੇ 3 ਮਹੀਨੇ ਬੀਤ ਗਏ ਨੇ ਦੁਸ਼ਮਣ ਨੂੰ ਆਲੇ ਦੁਆਲਿਓਂ ਘੇਰਾਬੰਦੀ ਕੀਤਿਆਂ ਹੋਇਆਂ। ਦੂਰ ਦੂਰ ਹਟ ਡੇਰੇ ਕਏ, ਪਰ ਨੇੜੇ ਨਹੀਂ ਹੋਣ ਦਾ ਹੌਸਲਾ ਕਰਦੇ। ਪਹਿਲਾਂ ਸ਼ੁਰੂ ਚ ਕੀਤਾ ਹੌਸਲਾ, ਪਰ ਜਦੋਂ ਅੱਗੋਂ ਕਰੜੇ ਹੱਥ ਵੇਖੇ ਨਾ ਡਾਢੇ, ਫਿਰ ਆਪੇ ਹੀ ਪਿੱਛੇ ਹੋ ਖਲੋਤੇ। ਹੁਣ ਦੂਰ ਦੂਰ ਹੀ ਡੇਰਾ ਕਰਕੇ ਰਹਿੰਦੇ ਹਨ, ਨੇੜੇ ਨਹੀਂ ਆਉਂਦੇ। ਗੁਰ ਕੇ ਸੰਗ ਲਰਿਓ ਨਹਿ ਜਾਈ। ਜਾਣਦੇ ਨੇ ਕਿ ਗੁਰੂ ਜੀ ਨਾਲ ਅਸੀਂ ਲੜ ਨਹੀਂ ਸਕਦੇ, ਉਹਨਾਂ ਨਾਲ ਲੜ ਕੇ ਨਹੀਂ ਅਸੀਂ ਉਹਨਾਂ ਨੂੰ ਜਿੱਤ ਸਕਦੇ। ਸੁਪਟ ਹਜ਼ਾਰੋਂ ਦੇ ਤਖਪਾਈ। ਉਹਨਾਂ ਨੇ ਤਾਂ ਮਿੰਟਾਂ 'ਚ ਪਲਾਂ 'ਚ ਸਾਡੇ ਹਜ਼ਾਰਾਂ ਬੰਦੇ ਮਾਰ ਮੁਕਾਉਣੇ ਹਨ। ਉਤਰੇ ਰਹੋ ਘੇਰਪੁਰ ਸਾਰੋ। ਇਸ ਕਰਕੇ ਇਹਨਾਂ ਨੇ ਨੀਤੀ ਇਹ ਬਣਾਈ ਹੈ ਵੀ ਬਾਰ-ਬਾਰ ਦੂਰ-ਦੂਰ ਹੀ ਮੋਰਚੇ ਰੱਖੋ ਤੇ ਘੇਰਾਬੰਦੀ ਕਰਕੇ ਰੱਖੋ। ਜਬ ਨਹਿ ਪ੍ਰਾਪਤ ਹੋਏ ਆਹਾਰੋ। ਜਦੋਂ ਗੁਰੂ ਜੀ ਕੋਲ ਅੰਦਰ ਭੋਜਨ ਨਹੀਂ ਜਾਏਗਾ, ਉਹਨਾਂ ਨੂੰ ਸਿੰਘਾਂ ਨੂੰ ਆਹਾਰ ਨਹੀਂ ਮਿਲੇਗਾ, ਮਿਲ ਹੈ ਆਪ ਕੈ ਨਿਕਸ ਸਿਧਾਵੈ। ਫਿਰ ਆਪੇ ਸਾਨੂੰ ਆ ਕੇ ਮਿਲਣਗੇ ਜਾਂ ਇੱਥੋਂ ਨਿਕਲ ਕੇ ਦੌੜ ਜਾਣਗੇ। ਜਦੋਂ ਅੰਨ ਨਹੀਂ ਮਿਲੇਗਾ ਤੇ ਅੰਨ ਤੋਂ ਬਿਨਾਂ ਅੰਦਰ ਅਕਲਾਉਣਗੇ, ਵਿਆਕੁਲ ਹੋਣਗੇ,
ਫਿਰ ਸਾਡੀ ਗੱਲ ਮੰਨਣਗੇ, ਆ ਕੇ ਸਾਨੂੰ ਮਿਲਣਗੇ ਜਾਂ ਇੱਥੋਂ ਭੱਜ ਜਾਣਗੇ। ਬਿਨਾ ਆਨੇ ਕਿਮ ਕਾਲ ਬਿਤਾਵੈ, ਕਿਉਂਕਿ ਅੰਨ ਤੋਂ ਬਿਨਾ ਕਿਵੇਂ ਟਾਈਮ ਪਾਸ ਕਰਨਗੇ, ਰੋਟੀ ਬਿਨਾ ਕਿਵੇਂ ਰਹਿ ਸਕਦੇ ਨੇ। ਇਸ ਕਰਕੇ ਅੰਨ ਤੋਂ ਬਿਨਾ ਇਹਨਾਂ ਕੋਲ ਸਮਾਂ ਨਹੀਂ ਲੰਘਣਾ। ਤਰਾਸ ਧਾਰੇ ਜੇ ਮੁਰਚੇ ਨੇਰੇ, ਤੇ ਜਿਹੜੇ ਨੇੜੇ ਨੇੜੇ ਮੋਰਚੇ ਸਨ ਦੁਸ਼ਮਣਾਂ ਦੇ, ਉਹਨਾਂ ਦੇ ਅੰਦਰ ਡਰ ਹੈ। ਸੋ ਭੀ ਕਰੇ ਦੂਰ ਥਲ ਡੇਰੇ, ਉਹਨਾਂ ਨੇ ਆਖਿਆ ਜੀ ਨਵਾਬ ਸਾਹਿਬ ਵੀ ਆਪਾਂ ਨੇੜੇ ਮੋਰਚਾ ਕਾਹਨੂੰ ਕਰਨਾ, ਥੋੜੇ ਜੇ ਦੂਰ ਚਲੇ ਜਾਈਏ। ਉਹਨਾਂ ਨੇ ਜਿਹੜੇ ਨੇੜੇ ਮੋਰਚੇ ਸੀ ਉਹ ਵੀ ਚੁਕਾ ਕੇ ਨਾ ਉੱਥੋਂ ਦੂਰ ਦੂਰ ਮੋਰਚੇ ਪਿੱਛੇ ਪਿੱਛੇ ਕਰਵਾ ਲਏ। ਏਕ ਉਪਾਵ ਸਿੱਧ ਸਭ ਕਰੈ, ਇਹਨਾਂ ਨੂੰ ਪਤਾ ਸੀ ਵੀ ਲੰਮਾ ਘੇਰਾਬੰਦੀ ਕਰਨੀ ਤੇ ਨੇੜੇ ਹੋਣ ਦਾ ਸਮਾਂ ਨਹੀਂ। ਦੂਰ ਦੂਰ ਜਾ ਕੇ ਇਹਨਾਂ ਨੇ ਮੋਰਚੇ ਬੰਦੀਆਂ ਕਰ ਲਈਆਂ। ਅੰਨ ਆਦੇ ਅੰਤਰ ਨਹਿ ਬਰੈ, ਯਤਨ ਇਹ ਕਰਦੇ ਨੇ ਵੀ ਕਿਸੇ ਤਰੀਕੇ ਆਨੰਦਪੁਰ ਸਾਹਿਬ ਦੇ ਅੰਦਰ ਅੰਨ ਜਾਂ ਕੋਈ ਹੋਰ ਘਾਹ ਪੱਠਾ ਘੋੜਿਆਂ ਲਈ, ਕੋਈ ਹੋਰ ਰਸਤ ਬਸਤ ਜਾਂ ਕੋਈ ਸ਼ਸਤਰ ਅਸਤਰ ਉਹ ਅੰਦਰ ਨਾ ਜਾਣ। ਜਮਾ ਨਹੀਂ ਗੁਰ ਕੇ ਕਰ ਮਾਹੀ, ਕਿਉਂਕਿ ਗੁਰੂ ਜੀ ਨੇ ਅੰਦਰ ਕਿੰਨਾ ਕੁ ਰੱਖਿਆ ਹੋਣਾ ਇਕੱਠਾ, ਕਿੰਨਾ ਕੁ ਚਿਰ ਖਾਣਗੇ, ਕਿੰਨਾ ਕੁ ਉਹਨਾਂ ਨੇ ਜਮਾ ਕੀਤਾ ਹੋਣਾ। ਆਏ ਉਪਾਏ ਨੇ ਖਰਚ ਸੁਖਾਹੀ, ਜਦੋਂ ਆਏਗਾ ਹੀ ਨਹੀਂ ਉਹਨਾਂ ਕੋਲ ਤੇ ਜਿਹੜਾ ਇਕੱਠਾ ਕੀਤਾ ਹੋਣਾ ਉਹਦਾ ਦਿਨਾਂ ਚ ਉਹਨਾਂ ਨੇ ਮੁਕਾ ਲੈਣਾ। 3 ਮਹੀਨੇ ਲੰਘ ਗਏ ਨੇ, ਕਿੰਨਾ ਕੁ ਸਮਾਂ ਹੋਰ ਕੱਢਣਗੇ। ਅੰਨ ਹਜ਼ਾਰ ਹੋ ਮੇਣ ਨਿਤ ਚਾਹੀਏ, ਕਿਉਂਕਿ ਰੋਜ਼ ਹਜ਼ਾਰਾਂ ਮਣ ਇਹਨਾਂ ਨੂੰ ਅੰਨ ਚਾਹੀਦਾ, ਕਿਉਂਕਿ ਅੰਦਰ ਫੌਜਾਂ ਨੇ ਇਹਨਾਂ ਦੀਆਂ, ਉਹਨਾਂ ਲਈ ਹਜ਼ਾਰਾਂ ਮਣ ਇਹਨਾਂ ਨੂੰ ਅੰਨ ਚਾਹੀਦਾ। ਉਹ ਕਿੱਥੋਂ ਲਿਆਉਣਗੇ ਅੰਦਰੋਂ। ਜਿਸ ਕੋ ਖਾਏ ਪ੍ਰਾਣ ਨਿਰਬਹੀਏ, ਜਿਸ ਨੂੰ ਖਾ ਕੇ ਆਪਣੇ ਪ੍ਰਾਣਾਂ ਦਾ ਨਿਰਵਾਹ ਕਰਨਗੇ ਉਹ ਇਹਨਾਂ ਨੂੰ ਨਹੀਂ ਪ੍ਰਾਪਤ ਹੋਣਾ। ਸਾਧ ਕਨਈਆ ਇੱਕ ਗੁਰ ਪਾਸ, ਖਾਲਸਾ ਜੀ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਇੱਕ ਸੇਵਕ ਹੋਏ ਨੇ ਭਾਈ ਸਾਹਿਬ ਭਾਈ ਕਨਈਆ ਜੀ। ਭਾਈ ਕਨਈਆ ਜੀ ਉਹ ਮਹਾਪੁਰਖ ਗੁਰਮੁਖ ਰੂਹ ਨੇ ਜਿਨ੍ਹਾਂ ਨੇ ਸੇਵਾ ਪੰਥੀ ਸੰਪਰਦਾ ਨੂੰ ਚਲਾਇਆ। ਇਹਨਾਂ ਦੇ ਅੱਗੇ ਸੇਵਾਦਾਰ ਸਨ ਭਾਈ ਸੇਵਾ ਦਾਸ ਉਹਨਾਂ ਦਾ ਨਾਂ ਸੀ। ਉਹਨਾਂ ਤੋਂ ਨਾਂ ਤੋਂ ਹੀ ਫਿਰ ਅੱਗੇ ਸੇਵਾ ਪੰਥੀ ਸੰਪਰਦਾ ਚੱਲੀ। ਉਹਨਾਂ ਦੇ ਚੇਲੇ ਅੱਗੇ ਬਾਬਾ ਅੱਡਣ ਸ਼ਾਹ ਜੀ ਹੋਏ, ਬੜੇ ਮਹਾਂਪੁਰਸ਼। ਬਾਬਾ ਅੱਡਣ ਸ਼ਾਹ ਜੀ ਫਿਰ ਉਹਨਾਂ ਤੋਂ ਇੱਕ ਵੱਖਰੀ ਸੰਪਰਦਾ ਚੱਲੀ, ਉਹਦਾ ਨਾਂ ਅੱਡਣ ਸ਼ਾਹੀਆ ਸੰਪਰਦਾਇ। ਇਹ ਪੁਰਾਤਨ ਸੰਪਰਦਾਵਾਂ ਨੇ, ਸਾਡੀਆਂ ਪੰਥ ਦੀਆਂ ਉਦਾਸੀਆਂ ਦਾ ਹੀ ਹਿੱਸਾ ਇਹਨਾਂ ਨੂੰ ਮੰਨਿਆ ਜਾਂਦਾ ਹੈ। ਸੇਵਾ ਪੰਥ ਇਹ 6 ਬਖਸ਼ਿਸ਼ਾਂ ਕਹੀਆਂ ਜਾਂਦੀਆਂ, 4 ਧੂਣੇ ਨੇ ਉਦਾਸੀਆਂ ਦੇ, 6 ਬਖਸ਼ਿਸ਼ਾਂ ਨੇ। ਜਿਹੜੀਆਂ 6 ਬਖਸ਼ਿਸ਼ਾਂ ਨੇ ਉਹਨਾਂ ਵਿੱਚੋਂ ਇੱਕ ਸੇਵਾ ਪੰਥੀ ਬਖਸ਼ਿਸ਼ ਹੈ ਭਾਈ ਸਾਹਿਬ ਭਾਈ ਕਨਈਆ ਜੀ ਦੀ। ਅੱਡਣ ਸ਼ਾਹੀ ਉਹ ਵੀ ਅੱਗੇ ਇਹਨਾਂ ਵਿੱਚੋਂ ਹੀ ਨਿਕਲੇ ਨੇ, ਅੱਡਣ ਸ਼ਾਹੀਏ ਵੀ। ਤੋ ਇਸ ਪ੍ਰਕਾਰ ਨਾਲ ਭਾਈ ਸਾਹਿਬ ਭਾਈ ਕਨਈਆ ਜੀ ਦੀ ਸਾਖੀ ਜਿਹੜੀ ਅਕਸਰ ਆਪਾਂ ਪੜ੍ਹਦੇ ਸੁਣਦੇ ਹਾਂ, ਪੰਥ ਵਿੱਚ ਇਹ ਵੀ ਬਿਰਤੀ ਹੈ। ਪੰਥ ਦਾ ਇੱਕ ਇਹ ਵੀ ਪੱਖ ਹੈ ਜਿਹੜਾ ਜਗ ਜ਼ਾਹਰ ਹੁੰਦਾ ਹੈ, ਸਮੇਂ ਸਮੇਂ ਨਾਲ ਜ਼ਾਹਰ ਹੁੰਦਾ ਹੈ। ਭਾਈ ਕਨਈਏ ਦੇ ਵਾਰਸ ਅੱਜ ਵੀ ਪੰਥ ਵਿੱਚ ਹਨ ਕਿ ਵੈਰ ਕਰਨ ਵਾਲੇ ਦੁਸ਼ਮਣਾਂ ਨੂੰ ਵੀ ਬੁਲਾ ਕੇ ਭੋਜਨ ਛਕਾਉਂਦੇ ਐ, ਲੋੜ ਪੈਣ ਤੇ ਉਹਨਾਂ ਦੀ ਮਦਦ ਵਾਸਤੇ ਜਾ ਖਲੋਂਦੇ ਐ। ਇਹ ਭਾਈ ਕਨਈਏ ਦੇ ਵਾਰਸ ਹਨ। ਇਸ ਕਰਕੇ ਬਿਰਤੀ ਵੀ ਹੈ ਪੰਥ ਵਿੱਚ। ਸੋ ਭਾਈ ਸਾਹਿਬ ਭਾਈ ਕਨਈਆ ਜੀ ਗੁਰੂ ਘਰ ਦੇ ਬੜੇ ਅਨੰਨ ਸੇਵਕ ਨੇ। ਇਹਨਾਂ ਨੂੰ ਸਾਧ ਲਿਖਿਆ ਹੈ, ਸਾਧ ਕਨਈਆ। ਸਾਧੂ ਰੂਪ ਹਨ ਭਾਈ ਸਾਹਿਬ ਭਾਈ ਕਨਈਆ ਜੀ। ਉਹਨਾਂ ਬਾਰੇ ਹੁਣ ਆਪ ਜੀ ਸੁਣੋ, ਉਹ ਕੈਸੇ ਗੁਰਮੁਖ ਸਨ, ਕੈਸੀ ਗੁਰਮੁਖ ਰੂਹ ਸਨ। ਸਭ ਮਹਿ ਆਤਮ ਲਖਿਓ ਪ੍ਰਕਾਸ਼, ਭਾਈ ਸਾਹਿਬ ਭਾਈ ਕਨਈਆ ਜੀ ਦੇ ਅੰਦਰੋਂ ਭਰਮ ਦਾ ਪਰਦਾ ਪਾੜ ਚੁੱਕਾ ਸੀ। ਭਰਮ ਦਾ ਜਿਹੜਾ ਪਰਦਾ, ਜਿਹਨੂੰ ਆਪਾਂ ਬਜਰ ਕਪਾਟ ਕਹਿੰਦੇ ਆ, ਉਹ ਖੁੱਲ ਚੁੱਕੇ ਸੀ। ਸਾਰਿਆਂ ਵਿੱਚ ਆਤਮ ਸਵਰੂਪ ਨੂੰ ਵੇਖ ਲਿਆ ਸੀ, ਆਪਣਾ ਆਤਮ ਸਵਰੂਪ ਜਾਣ ਲਿਆ। ਜੋ ਆਪਣੀ ਆਤਮਾ ਵਿੱਚ ਵੇਖਿਆ ਉਹ ਆਤਮਾ ਸਾਰਿਆਂ ਵਿੱਚ ਵਿਆਪਕ ਵੇਖੀ ਹੈ। ਜੋ ਅੰਦਰ ਸੀ ਉਹ ਸਾਰਿਆਂ ਵਿੱਚ ਵਿਆਪਕ ਵੇਖਿਆ, ਯਾਨੀ ਕਿ ਪ੍ਰਕਾਸ਼ ਰੂਪ ਪ੍ਰਮਾਤਮਾ ਨੂੰ ਸਰਬ ਥਾਈਂ ਵਿਆਪਕ ਕਰਕੇ ਭਾਈ ਕਨਈਆ ਜੀ ਨੇ ਵੇਖ ਲਿਆ। ਰਾਗ ਨਾ ਦਵੈਖ ਹਰਖ ਨਹਿ ਸ਼ੋਕ। ਭਾਈ ਸਾਹਿਬ ਭਾਈ ਕਨਈਆ ਜੀ ਜਿਨ੍ਹਾਂ ਨੂੰ ਨਾ ਕਿਸੇ ਪ੍ਰਕਾਰ ਦੀ ਰਾਗ ਦੀ ਬਿਰਤੀ ਸੀ, ਨਾ ਦਵੈਸ਼, ਨਾ ਹਰਖ, ਨਾ ਸੋਗ।
ਇਹ ਦਵੰਦ ਹੈ। ਇਹ ਜਿਹੜਾ ਦਵੰਦ ਹੈ ਨਾ, ਇਹਦੇ ਚੋਂ ਨਿਕਲਣਾ ਬੜਾ ਔਖੀ ਘਾਟੀ ਹੈ। ਰਾਗ ਦਵੈਸ਼, ਉਸਤਤ ਨਿੰਦਾ, ਹਰਖ ਸੋਗ, ਇਹ ਸਭ ਦਵੰਦ ਹੈ। ਭਾਈ ਸਾਹਿਬ ਭਾਈ ਕਨ੍ਹਈਆ ਜੀ ਇਸ ਦਵੰਦ ਚੋਂ ਨਿਕਲ ਚੁੱਕੇ ਨੇ। ਭਾਈ ਸਾਹਿਬ ਇਸ ਦਵੰਦ ਵਿੱਚ ਨਹੀਂ ਹਨ, ਉਹ ਇਸ ਦਵੰਦ ਤੋਂ ਪਰੇ ਜਾ ਚੁੱਕੇ ਹਨ, ਜਿੱਥੇ ਅਗੰਮੀ ਮੰਡਲ ਦੇ ਵਰਤਾਰੇ ਵਰਤਦੇ ਹਨ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਜਿੱਥੇ ਨਾਰ ਨਾ ਪੁਰਖ ਨਾ ਪੰਖਣੂ ਦੀ ਖੇਡ ਹੈ, ਉਹ ਅਵਸਥਾ, ਉੱਥੇ ਭਾਈ ਸਾਹਿਬ ਜੀ ਪਹੁੰਚੇ ਹੋਏ ਬ੍ਰਹਮਾਕਾਰ ਬਿਰਤੀ ਹੈ, ਤੁਰਿਆ ਪਦ ਵਿੱਚ ਝੂਲਦੇ ਹਨ। ਛਤਰ ਮਿੱਤਰ ਨ ਹੈ ਪਾਸੈ ਲੋਕ। ਹੁਣ ਜਦੋਂ ਸਭ ਪਾਸੇ ਗੁਰੂ ਸਾਹਿਬ ਦਾ ਹੀ ਰੂਪ ਦਿਸਦਾ, ਬ੍ਰਹਮੀ ਬ੍ਰਹਮ ਦਿਸਦਾ, ਨਾ ਕੋਈ ਮਿੱਤਰ ਦਿਸਦਾ ਤੇ ਨਾ ਕੋਈ ਦੁਸ਼ਮਣ ਦਿਸਦਾ। ਕਿਉਂਕਿ ਜੇ ਮਿੱਤਰ ਦਿਸਣਗੇ ਫਿਰ ਦੁਸ਼ਮਣ ਵੀ ਦਿਸਣਗੇ, ਦੁਸ਼ਮਣ ਦਿਸਣਗੇ ਤੇ ਮਿੱਤਰ ਵੀ ਦਿਸਣਗੇ। ਹੈ ਤਾਂ ਇਹ ਵੀ ਦਵੰਦ ਹੀ ਹੈ ਨਾ। ਹੁਣ ਨਾ ਕੋਈ ਸ਼ਤਰੂ ਦਿਸਦਾ ਤੇ ਨਾ ਕੋਈ ਦੁਸ਼ਮਣ ਦਿਸਦਾ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ। ਹਮ ਕੋ ਬਨ ਆਈ, ਕਦੋਂ ਦੀ ਬਣੀ ਹੈ ਇਹ ਖੇਡ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ। ਭਾਈ ਸਾਹਿਬ ਭਾਈ ਕਨ੍ਹਈਆ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆ ਗਏ ਸਨ। ਨੌਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਵਰਤ ਗਈ ਸੀ ਇਹਨਾਂ ਤੇ। ਲਾਹੌਰ ਸ਼ਹਿਰ ਵਿੱਚ ਇੱਕ ਮਹਾਂਪੁਰਸ਼ ਦੀ ਸੇਵਾ ਵਾਸਤੇ ਭਾਈ ਕਨ੍ਹਈਆ ਜੀ ਨੂੰ ਭੇਜਿਆ ਕਿ ਤੁਸੀਂ ਉਹਨਾਂ ਦੀ ਸੰਗਤ ਕਰੋ। ਜਦੋਂ ਉਹਨਾਂ ਦੀ ਸੰਗਤ ਕੀਤੀ ਭਾਈ ਕਨ੍ਹਈਆ ਜੀ ਨੇ ਪੂਰਨਤਾ ਨੂੰ ਪ੍ਰਾਪਤ ਹੋ ਗਏ ਤੇ ਉਹਨਾਂ ਨੇ ਆਖਿਆ, ਹੁੰਡੀ ਭੇਜੀ ਸੀ ਨੌਵੇਂ ਪਾਤਸ਼ਾਹ ਨੇ ਤੇ ਹੁੰਡੀ ਹੁਣ ਕੈਸ਼ ਹੋ ਗਈ ਹੈ, ਹੁਣ ਜਾਓ। ਹੁੰਡੀ ਭੇਜੀ ਸੀ, ਹੁੰਡੀ ਕੈਸ਼ ਹੋ ਗਈ ਹੈ ਤੇ ਜਾਓ ਹੁਣ ਸਾਹਿਬ ਦੀ ਸੇਵਾ ਕਰੋ। ਤੇ ਫਿਰ ਨੌਵੇਂ ਪਾਤਸ਼ਾਹ ਜੀ ਨੇ ਇਹਨਾਂ ਦੀ ਪ੍ਰਚਾਰ ਦੀ ਸੇਵਾ ਲਾਈ ਸੀ। ਤੋ ਫਿਰ ਕਲਗੀਧਰ ਜੀ ਦੀ ਸੰਗਤ ਵਿੱਚ ਵੀ ਭਾਈ ਕਨ੍ਹਈਆ ਜੀ ਨੇ ਮਹਾਰਾਜ ਜੀ ਦੀ ਸੇਵਾ ਕੀਤੀ। ਤੋ ਬੜੀ ਉੱਚੀ ਅਵਸਥਾ ਦੀ ਖੇਡ ਦੇ ਮਾਲਕ ਨੇ, ਜਿਨ੍ਹਾਂ ਨੂੰ ਨਾ ਕੋਈ ਦੁਸ਼ਮਣ ਦਿਸਦਾ ਨਾ ਕੋਈ ਮਿੱਤਰ ਨਜ਼ਰ ਆਉਂਦਾ। ਮਸ਼ਕ ਨੀਰ ਕੀ ਭਰ ਟਿਗ ਰਾਖੈ। ਆਪਣੇ ਕੋਲ ਪਾਣੀ ਦੀ ਇੱਕ ਮਸ਼ਕ ਭਰ ਕੇ, ਚਮੜੇ ਦੀਆਂ ਮਸ਼ਕਾਂ ਹੁੰਦੀਆਂ ਪੁਰਾਣੇ ਸਮੇਂ 'ਚ, ਉਹਦੇ 'ਚ ਵਾਹਵਾ ਪਾਣੀ ਇਕੱਠਾ ਹੋ ਜਾਂਦਾ, ਉਹਦੇ 'ਚ ਪਾਣੀ ਪੀਣ ਵਾਲਾ ਠੰਡਾ ਵੀ ਰਹਿੰਦਾ। ਤੋ ਇੱਕ ਮਸ਼ਕ ਸੀ, ਉਹ ਪਾਣੀ ਦੀ ਭਰ ਕੇ ਭਾਈ ਕਨ੍ਹਈਆ ਜੀ ਆਪਣੇ ਮੋਢੇ ਤੇ ਰੱਖਦੇ ਨੇ। ਕਰਹਿ ਪਿਲਾਵਨ ਜੋ ਅਬਿਲਾਖੈ। ਜਿਹਨੂੰ ਪਾਣੀ ਦੀ ਪਿਆਸ ਲੱਗਦੀ ਮੋਰਚਿਆਂ ਵਿੱਚ, ਜਿੱਥੇ ਜਿੱਥੇ ਮੋਰਚੇ ਨੇ, ਉਹਨਾਂ ਨੂੰ ਜਾ ਕੇ ਭਾਈ ਸਾਹਿਬ ਜੀ ਜਲ ਛਕਾਉਂਦੇ ਆ, ਪਾਣੀ ਪਿਲਾਉਂਦੇ ਨੇ। ਸਿੰਘ ਮੋਰਚੇ ਮਹਿ ਥਿਰ ਜੇਈ। ਜਿਹੜੇ ਸਿੰਘ ਮੋਰਚਿਆਂ ਵਿੱਚ ਬੈਠੇ ਨੇ ਥਿਰ ਨੇ, ਕਿਉਂਕਿ ਉੱਠ ਕੇ ਉਹ ਜਾ ਨਹੀਂ ਸਕਦੇ ਪਾਣੀ ਦੂਜੇ ਪਾਸੇ ਜਾਣ। ਮੋਰਚਿਆਂ ਵਿੱਚ ਜਿਹੜੇ ਸਿੰਘ ਨੇ ਉਹਨਾਂ ਕੋਲ ਭਾਈ ਕਨ੍ਹਈਆ ਜੀ ਪਹੁੰਚਦੇ ਤੇ ਜਲ ਛਕਾਉਂਦੇ ਨੇ। ਜਲ ਤੇ ਤ੍ਰਿਪਤ ਕਰਹਿ ਫਿਰ ਤੇਈ। ਉਹਨਾਂ ਸਾਰਿਆਂ ਨੂੰ, ਮੋਰਚੇ ਵਾਲੇ ਸਿੰਘਾਂ ਨੂੰ ਜਲ ਛਕਾ ਕੇ ਤ੍ਰਿਪਤ ਕਰਦੇ ਹਨ। ਨਿਕਟ ਮੋਰਚੇ ਤੁਰਕਨ ਕੇਰੇ। ਨਾਲ ਕੁਝ ਦੂਰੀ ਤੇ ਮੁਸਲਮਾਨਾਂ ਦੇ ਮੋਰਚੇ ਨੇ, ਪਹਾੜੀਆਂ ਦੇ ਵੀ ਮੋਰਚੇ ਹਨ। ਨੀਰ ਨਾ ਪ੍ਰਾਪਤ ਪਿਆਸ ਵਡੇਰੇ। ਉਹ ਵਿਚਾਰੇ ਮੋਰਚਿਆਂ 'ਚ ਬੈਠੇ, ਉਹਨਾਂ ਨੂੰ ਪਾਣੀ ਨਹੀਂ ਮਿਲਦਾ, ਪਿਆਸ ਨਾਲ ਉਹ ਵੀ ਮਰਦੇ, ਤੜਫਦੇ ਆ। ਪਿਆਸ ਉਹਨਾਂ ਨੂੰ ਲੱਗਦੀ, ਉਹਨਾਂ ਨੇ ਕੋਲ ਕਿਹਨੇ ਆਉਣਾ ਪਿੱਛੋਂ ਪਾਣੀ ਲੈ ਕੇ। ਇੱਕਾ ਦੁੱਕਾ ਕਦੇ ਕੋਈ ਪਾਣੀ ਦੇ ਗਿਆ ਨਹੀਂ ਤਾਂ ਪਿਆਸ ਨਾਲ ਮੋਰਚਿਆਂ 'ਚ ਹੀ ਰਹਿੰਦੇ ਵਿਚਾਰੇ ਸਾਰਾ ਸਾਰਾ ਦਿਨ। ਰਾਤ ਬਰਾਤੇ ਜਾਂਦੇ, ਵਾਰੀ-ਵਾਰੀ ਡਿਊਟੀਆਂ ਬਦਲਦੀਆਂ। ਤੇ ਉਹ ਜਿਹੜੇ ਮੋਰਚਿਆਂ ਵਿੱਚ ਤੁਰਕ ਨੇ ਜਾਂ ਪਹਾੜੀਏ ਨੇ, ਉਹਨਾਂ ਨੂੰ ਵੀ ਪਾਣੀ ਨਹੀਂ ਮਿਲਦਾ ਪੀਣ ਨੂੰ, ਪਿਆਸ ਨਾਲ ਮਰਦੇ ਹਨ। ਸਭ ਦਿਨ ਮੁਰਚੇ ਵਿਖੇ ਬਿਤਾਵੈ। ਉਹ ਸਾਰਾ ਸਾਰਾ ਦਿਨ ਮੋਰਚਿਆਂ 'ਚ ਬਤੀਤ ਕਰਦੇ, ਉੱਤੇ ਕੜਕ ਦੀ ਧੁੱਪ ਹੁੰਦੀ ਹੈ। ਤਿਮਰ ਭਏ ਤੇ ਉੱਠ ਕਰ ਜਾਵੈ। ਜਦੋਂ ਰਾਤ ਹੁੰਦੀ ਹੈ ਫਿਰ ਉਹ ਮੋਰਚਿਆਂ ਵਿੱਚੋਂ ਉੱਠ ਕੇ ਜਾਂਦੇ ਨੇ, ਦਿਨੇ ਉੱਥੇ ਹੀ ਰਹਿੰਦੇ ਹਨ। ਰਾਤ ਹੋਣ ਤੇ ਪ੍ਰਥਮ ਅੰਧੇਰੇ। ਤੇ ਫਿਰ ਹਨੇਰੇ ਹਨੇਰੇ ਦੇ ਵਿੱਚ ਹੀ ਸਵੇਰ ਤੋਂ ਪਹਿਲਾਂ ਆ ਜਾਂਦੇ ਨੇ। ਫਿਰ ਹੈ ਜਾਏ ਜੋ ਭੱਟ ਤਿਸ ਬੇਰੇ। ਤੇ ਉੱਥੇ ਜਿਹੜੇ ਸੂਰਮੇ ਫਿਰਦੇ ਹੁੰਦੇ ਨੇ, ਦਿਨ ਮਹਿ ਭੂਖ ਪਿਆਸ ਸਹੈ। ਉਹਨਾਂ ਨੂੰ ਦਿਨ ਵੇਲੇ ਭੁੱਖ ਵੀ ਸਹਿਣੀ ਪੈਂਦੀ ਤੇ ਪਿਆਸ ਵੀ ਸਹਿਣੀ ਪੈਂਦੀ ਹੈ। ਨਿਕਸਨ ਤਿਮਰ ਭਏ ਤੇ ਲਹੈ। ਜਦੋਂ ਕੋਈ ਰੋਟੀ ਪਾਣੀ ਉਹਨਾਂ ਨੂੰ ਵਿਚਾਰਿਆਂ ਨੂੰ ਹਨੇਰੇ 'ਚ ਹੀ ਮਿਲਦਾ ਰਾਤ ਨੂੰ, ਜਿਹੜੇ ਉਹ ਤੁਰਕ ਤੇ ਪਹਾੜੀਏ ਨੇ। ਦਿਨੇ ਸਾਰਾ ਦਿਨ ਉਹਨਾਂ ਨੂੰ
ਭੁੱਖ ਤੇ ਪਿਆਸ ਨਾਲ ਹੀ ਕੱਟਣਾ ਪੈਂਦਾ। ਰਾਤ ਬਰਾਤੇ ਭੋਜਨ ਮਿਲਦਾ ਜਾਂ ਪਾਣੀ ਮਿਲਦਾ ਹੈ। ਤਿਨ ਪਰ ਭੀ ਕਰ ਕਿਰਪਾ ਕਨਈਆ। ਭਾਈ ਕਨਈਆ ਜੀ ਉਹਨਾਂ ਵੱਲ ਵੀ ਚਲੇ, ਉਹਨਾਂ ਨੂੰ ਕਿਹੜਾ ਕੋਈ ਦੁਸ਼ਮਣ ਦਿਸਦਾ, ਉਧਰ ਵੀ ਉਹੀ ਦਿਸਦੇ। ਜਦੋਂ ਇਧਰ ਸਿੰਘਾਂ ਨੂੰ ਪਾਣੀ ਪਿਲਾਉਂਦਿਆਂ ਨੂੰ ਵੇਖਦੇ ਆ, ਉਧਰ ਤੁਰਕ ਪਹਾੜੀਏ ਤੇ ਉਹ ਵੀ ਸਿਰ ਚੱਕਦੇ ਆ। ਉਹ ਵੇਖਦੇ ਭਾਈ ਕਨਈਏ ਨੂੰ ਵੀ ਉਹ ਜਲ ਛਕਾਉਂਦਾ ਉਧਰ ਸਿੰਘਾਂ ਨੂੰ, ਤੇ ਮਨ 'ਚ ਤਾਂ ਉਹਨਾਂ ਦੇ ਵੀ ਹੁੰਦੀ। ਤੇ ਭਾਈ ਕਨਈਏ ਨੂੰ ਜਿਹੜੇ ਉੱਚਾ ਸਿਰ ਕਰਕੇ ਚੱਕ ਕੇ ਵੇਖਦੇ ਨਾ ਮੋਰਚਿਆਂ 'ਚੋਂ, ਉਹਨਾਂ ਵਿੱਚ ਵੀ ਕਲਗੀਧਰ ਜੀ ਦਿਸਦੇ ਵੀ ਉਹ ਵੀ ਬਾਜਾਂ ਵਾਲੇ ਸੁਆਮੀ ਪਾਣੀ ਮੰਗਦੇ ਨੇ। ਭਾਈ ਸਾਹਿਬ ਨੇ ਮਸ਼ਕ ਲੈਣੀ, ਜਾ ਕੇ ਉਹਨਾਂ ਨੂੰ ਵੀ ਜਲ ਛਕਾ ਦੇਣਾ। ਲਓ ਭਾਈ ਜਲ ਛਕੋ। ਤੋ ਮਹਾਰਾਜ ਜੀ ਦਾ ਹੁਕਮ, ਕਲਗੀਧਰ ਪਾਤਸ਼ਾਹ ਦੀ ਕਲਾ ਵਰਤੀ ਹੋਈ ਸੀ ਅੰਦਰ, ਕਿਉਂਕਿ ਦੁਸ਼ਮਣ ਮਿੱਤਰ ਤਾਂ ਨਜ਼ਰ ਹੀ ਨਹੀਂ ਆਉਂਦਾ ਵੀ ਇਹ ਦੁਸ਼ਮਣ ਨੇ। ਕਹਿੰਦੇ ਜਦੋਂ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ ਨਾ, ਭਾਈ ਕਨਈਆ ਜੀ ਨੇ ਵੀ ਤਲਵਾਰ ਪਾ ਲਈ। ਸਿੰਘਾਂ ਆਖਿਆ ਤੂੰ ਨਹੀਂ ਪਾਉਂਦਾ ਤਲਵਾਰ। ਭਾਈ ਸਾਹਿਬ ਕਹਿੰਦੇ ਲੋ ਪਾ ਲੈਨੇ ਆ। ਤਲਵਾਰ ਪਾ ਕੇ ਮਹਾਰਾਜ ਜੀ ਕੋਲ ਗਏ। ਪਾਤਸ਼ਾਹ ਕਹਿੰਦੇ ਕਨਈਆ ਜੀ ਕੀ ਕਰੋਗੇ ਤਲਵਾਰ ਦਾ? ਸਾਧੂ ਹੋ ਤੁਸੀਂ ਤਾਂ। ਕਹਿੰਦੇ ਮਹਾਰਾਜ ਕੋਈ ਦੁਸ਼ਮਣ ਆਵੇਗਾ ਤਾਂ, ਵੈਸੇ ਮੈਨੂੰ ਤਾਂ ਨਹੀਂ ਕੋਈ ਦਿਸਦਾ, ਪਰ ਮੈਂ ਕਿਸੇ ਨੂੰ ਦੁਸ਼ਮਣ ਜਾਪਾਂ, ਮੈਨੂੰ ਤਾਂ ਕੋਈ ਦੁਸ਼ਮਣ ਦਿਸਦਾ ਨਹੀਂ, ਪਰ ਜੇ ਮੈਂ ਕਿਸੇ ਨੂੰ ਦੁਸ਼ਮਣ ਲੱਗਾ, ਉਹ ਮਾਰਨ ਆਵੇ ਮੈਨੂੰ, ਤੇ ਉਹਨੂੰ ਕਹਾਂਗਾ ਵੀ ਸੱਜਣਾ ਆਪਣੀ ਕਾਹਨੂੰ ਕੱਢਣਾ, ਆ ਲੈ ਲੈ ਵੀ ਇਹਦੇ ਨਾਲ ਮਾਰ ਲਾ। ਪਾਤਸ਼ਾਹ ਕਹਿੰਦੇ ਲਿਆ ਕਨਈਆ ਜੀ ਤਲਵਾਰ ਤੁਸੀਂ ਸਾਨੂੰ ਦੇ ਦਿਓ, ਤੁਹਾਡੀ ਰਸਨਾ ਹੀ ਤਲਵਾਰ ਦਾ ਕੰਮ ਕਰੇਗੀ। ਤੁਸੀਂ ਲੋਕਾਂ ਦੀਆਂ ਰੂਹਾਂ ਤੇ ਫਤਿਹ ਪ੍ਰਾਪਤ ਕਰੋ। ਜੰਗ ਦੇ ਵਿੱਚ ਇਹ ਖਾਲਸਾ ਫਤਿਹ ਕਰੇਗਾ ਦੁਸ਼ਮਣ ਤੇ, ਸਰੀਰਾਂ ਤੇ ਫਤਿਹ ਹੋਣੀ ਆ ਨਾ, ਇਹ ਲੋਕਾਂ ਦੀਆਂ ਰੂਹਾਂ ਤੇ ਫਤਿਹ ਭਾਈ ਕਨਈਆ ਜੀ ਤੁਸੀਂ ਕਰੋ, ਤੁਹਾਡੀ ਡਿਊਟੀ ਹੈ। ਰੂਹਾਂ ਤੇ ਫਤਿਹ ਕਿਵੇਂ ਹੁੰਦੀ ਹੈ? ਜਦੋਂ ਉਹਨਾਂ ਨੂੰ ਗੁਰਮਤਿ ਦੇ ਸੰਚੇ 'ਚ ਢਾਲ ਕੇ ਗੁਰਸਿੱਖ ਬਣਾਓਗੇ, ਪ੍ਰਚਾਰ ਕਰੋਗੇ ਗੁਰਸਿੱਖੀ ਦਾ, ਇਹ ਰੂਹਾਂ ਤੇ ਫਤਿਹ ਹੈ। ਭਾਈ ਸਾਹਿਬ ਭਾਈ ਕਨਈਆ ਜੀ ਨੂੰ ਕਲਗੀਧਰ ਜੀ ਨੇ ਰੂਹਾਂ ਤੇ ਫਤਿਹ ਕਰਨ ਵਾਲਾ ਜਥੇਦਾਰ ਬਣਾਇਆ। ਭਾਈ ਸਾਹਿਬ ਜਦੋਂ ਵੇਖਦੇ ਦੁਸ਼ਮਣ ਨੂੰ ਤੇ ਜਾ ਕੇ ਉਹਨਾਂ ਨੂੰ ਵੀ ਜਲ ਛਕਾਉਂਦੇ। ਹਾਂਜੀ, ਭਰ ਭਰ ਮਸ਼ਕ ਨੀਰ ਬਹੁ ਦਈਆ। ਮਸ਼ਕਾਂ ਭਰ ਭਰ ਕੇ ਪਾਣੀ ਦੀਆਂ ਲਿਆਉਂਦੇ ਔਰ ਜਲ ਛਕਾਉਂਦੇ। ਜਿਤੇ ਮੋਰਚੇ ਮਹਿ ਪਟ ਰਹੈ। ਜਿੰਨੇ ਮੋਰਚਿਆਂ 'ਚ ਸੂਰਮੇ ਰਹਿੰਦੇ ਹਨ, ਦੋਹਨ ਦਿਸ਼ਨ ਕੇ ਦੁਰ ਦੁਰ ਬਹੈ। ਦੋਹਾਂ ਪਾਸਿਆਂ ਦੇ ਮੋਰਚਿਆਂ ਦੇ ਸੂਰਮੇ ਲੁਕ ਲੁਕ ਕੇ ਬਹਿੰਦੇ ਆ। ਮੋਰਚਿਆਂ ਵਿੱਚ ਥੱਲੇ ਉੱਪਰ ਨਹੀਂ ਸਿਰ ਕੱਢਦੇ, ਥੱਲੇ ਮੋਰਚਿਆਂ ਦੇ ਵਿੱਚ ਰਹਿੰਦੇ ਹਨ। ਜਲ ਦੁਰਲਭ ਦੋਨੋਂ ਦਿਸ਼ ਹੋਏ। ਪਾਣੀ ਦੋਨਾਂ ਪਾਸੇ ਦੁਰਲਭ, ਸਿੰਘਾਂ ਨੂੰ ਵੀ ਚਾਹੀਦਾ, ਉਧਰ ਵੀ ਚਾਹੀਦਾ, ਦੁਸ਼ਮਣਾਂ ਨੂੰ ਵੀ ਚਾਹੀਦਾ। ਪਾਣੀ ਦੋਨਾਂ ਲਈ ਦੁਰਲਭ ਸੀ। ਜਾਂ ਤੇ ਦੇਤ ਸਾਧ ਮਤ ਸੋਏ। ਤੇ ਭਾਈ ਕਨਈਆ ਜੀ ਜਿਹੜੇ ਸਾਧੂ ਮਤ ਵਾਲੇ, ਬਿਰਤੀ ਵਾਲੇ, ਉਹਨਾਂ ਨੂੰ ਨਹੀਂ ਫਿਕਰ ਵੀ ਗੋਲੀਆਂ ਚੱਲਦੀਆਂ ਨੇ, ਵਿੱਚ ਤੀਰ ਚੱਲਦੇ ਨੇ, ਬੇਫਿਕਰੀ ਨਾਲ ਫਿਰਦੇ ਕਿ ਮੈਂ ਕਿਹੜਾ ਕਿਸੇ ਦਾ ਦੁਸ਼ਮਣ ਆ, ਮੈਨੂੰ ਕਿਹਨੇ ਮਾਰਨਾ, ਮੈਨੂੰ ਤਾਂ ਕੋਈ ਦੁਸ਼ਮਣ ਨਹੀਂ ਦਿਸਦਾ। ਦੋਹਾਂ ਪਾਸੇ ਤੇ ਕਲਗੀਧਰ ਵਰਤ ਰਹੇ ਨੇ, ਤੇ ਮਾਰਨਾ ਕਿਹਨੇ ਆ ਮੈਨੂੰ? ਮੈਂ ਤਾਂ ਕਲਗੀਧਰ ਦੀ ਪਨਾਹ ਵਿੱਚ ਪਹਿਲਾਂ ਹੀ ਆ। ਇਹ ਤਾਂ ਉਹਨਾਂ ਦੇ ਅੰਦਰ ਜੀਵਨ ਉਹਨਾਂ ਨੂੰ ਸਮਰਪਣ ਕੀਤਾ ਹੋਇਆ। ਤੋ ਦੋਹਾਂ ਪਾਸੇ ਵਿਚਰ ਕੇ ਭਾਈ ਸਾਹਿਬ ਭਾਈ ਕਨਈਆ ਜੀ ਬੇਫਿਕਰੀ ਦੇ ਆਲਮ ਵਿੱਚ ਜਲ ਵਰਤਾਉਣ ਦੀ ਸੇਵਾ ਕਰਦੇ ਨੇ। ਜਿਮ ਸਿੰਘਨ ਕੋ ਜਾਏ ਪਿਲਾਵੇ। ਵਿਤਕਰਾ ਨਹੀਂ ਕਰਦੇ। ਜਿਵੇਂ ਸਿੰਘਾਂ ਨੂੰ ਜਲ ਛਕਾਉਂਦੇ ਨੇ, ਉਸੇ ਤਰ੍ਹਾਂ ਹੀ ਤਿਮ ਤੁਰਕਨ ਕੋ ਨਿਤ ਤ੍ਰਿਪਤਾਵੇ। ਉਸੇ ਤਰ੍ਹਾਂ ਤੁਰਕਾਂ ਨੂੰ ਵੀ ਛਕਾਉਂਦੇ ਆ। ਜਲ ਵੰਡਣ ਵੇਲੇ ਭੇਦ ਨਹੀਂ ਹੈ। ਜਿਵੇਂ ਸਿੰਘਾਂ ਨੂੰ ਛਕਾਉਂਦੇ ਨੇ, ਉਸੇ ਤਰ੍ਹਾਂ ਹੀ ਉਹਨਾਂ ਤੁਰਕਾਂ ਨੂੰ ਛਕਾਉਂਦੇ ਨੇ। ਤਿਸ ਕੋ ਦੇਖ ਖਾਲਸਾ ਰਸੈ। ਹੁਣ ਜਦੋਂ ਖਾਲਸਾ ਵੇਖਦਾ, ਵੇਖ ਕੇ ਗੁੱਸੇ 'ਚ ਆਉਂਦੇ ਸਿੰਘ ਵੀ ਇਹ ਸਾਡੇ ਦੁਸ਼ਮਣਾਂ ਨੂੰ ਜਾ ਕੇ ਪਾਣੀ ਪਿਆਉਂਦਾ, ਇਹ ਚੰਗਾ ਸਾਧ ਹੈ। ਵੀ ਉਹ ਪਿਆਸ ਨਾਲ ਬੇਬਲ ਹੋਏ ਹੁੰਦੇ ਨੇ, ਪਾਣੀ ਪਿਆ ਕੇ ਉਹਨਾਂ ਨੂੰ ਤਗੜੇ ਕਰ ਆਉਂਦਾ, ਸਾਡੇ ਨਾਲ ਲੜਨ ਨੂੰ ਫਿਰ ਤਿਆਰ ਹੋ ਜਾਂਦੇ ਹੋ। ਚਲੋ ਸਾਨੂੰ ਛਕਾਵੇ, ਸਾਡਾ ਬੰਦਾ, ਉਹਨਾਂ ਨੂੰ ਕਿਉਂ ਜਾ ਕੇ ਛਕਾ ਕੇ ਆਉਂਦਾ? ਸਿੰਘਾਂ ਦੇ ਮਨ 'ਚ ਰੰਜ ਆਉਂਦਾ, ਵੇਖ ਕੇ ਉਹਨਾਂ ਨੂੰ ਰੋਸ ਆਉਂਦਾ। ਜਲ ਕਿਉਂ ਦੇਤ ਰਿਪਨ ਗਨ ਬਿਸੈ। ਜਿਨ੍ਹਾਂ ਨੂੰ ਗੋਲੀ ਮਾਰਨੀ ਹੈ, ਜਿਨ੍ਹਾਂ ਦੀਆਂ ਗਰਦਨਾਂ ਲਾਉਣੀਆਂ ਤਲਵਾਰਾਂ ਨਾਲ, ਇਹ ਉਹਨਾਂ ਨੂੰ ਜਾ ਕੇ ਪਾਣੀ ਪਿਆਉਂਦਾ। ਸਿੰਘਾਂ ਨੂੰ ਤਾਂ ਗੁੱਸਾ ਆਵੇ ਵੇਖ ਵੇਖ ਕੇ ਵੀ ਇਹ ਸਾਨੂੰ ਮਾਰਨ ਆਏ ਨੇ, ਪਿਆਸ ਨਾਲ ਮਰਦੇ ਹੁੰਦੇ ਐ,
ਇਹ ਜਾ ਕੇ ਉਹਨਾਂ ਨੂੰ ਜਲ ਛਕਾਉਂਦੇ, ਤਗੜਾ ਕਰਾਉਂਦੇ, ਉਹ ਮੁੜ ਕੇ ਫਿਰ ਸਾਡੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਆ ਵੀ ਇਹ ਸਾਡੇ ਵੱਲ ਹੈ ਕਿ ਉਹਨਾਂ ਵੱਲ ਹੈ। ਇਹ ਵੀ ਬਿਰਤੀ ਹੈ। ਇਹ ਨਹੀਂ ਵੀ ਜਿਹੜੇ ਮੋਰਚਿਆਂ 'ਚ ਬੈਠੇ ਨੇ ਸਿੰਘ ਉਹਨਾਂ ਦੀ ਕੋਈ ਅਵਸਥਾ ਛੋਟੀ ਹੈ। ਬੜੇ ਬੜੇ ਆਤਮ ਗਿਆਨੀ ਭਾਈ ਉਦੇ ਸਿੰਘ, ਭਾਈ ਦਇਆ ਸਿੰਘ ਵਰਗੇ ਹੈ, ਉਹ ਵੀ ਇਸੇ ਖੇਡ ਦੇ ਮਾਲਕ ਜਿਹੜੀ ਖੇਡ 'ਚ ਭਾਈ ਕਨਈਆ ਜੀ ਨੇ। ਫਰਕ ਇਹਨਾਂ ਕਿ ਉਹ ਸੰਤ ਪੁਣੇ ਦੇ ਨਾਲ ਨਾਲ ਸਿਪਾਹੀ ਵੀ ਨੇ ਤੇ ਭਾਈ ਸਾਹਿਬ ਭਾਈ ਕਨਈਆ ਜੀ ਉਹ ਕੇਵਲ ਸੰਤ ਨੇ। ਫਰਕ ਇਹ ਹੈ, ਇਹ ਨਹੀਂ ਕਿ ਉਹਨਾਂ ਦੀ ਕੋਈ ਅਵਸਥਾ ਛੋਟੀ ਹੈ। ਉਹ ਸੰਤ ਨਾਲ ਸਿਪਾਹੀ ਵੀ ਨੇ ਤੇ ਭਾਈ ਸਾਹਿਬ ਭਾਈ ਕਨਈਆ ਜੀ ਕੇਵਲ ਸੰਤ ਰੂਪ ਨੇ। ਤੇ ਐਸਾ ਨਹੀਂ ਵੀ ਜਿਹੜੇ ਐਸੇ ਸੰਤ ਨੇ ਉਹ ਪ੍ਰਵਾਨ ਨਹੀਂ, ਉਦਾਸੀ ਤਲਵਾਰ ਨਹੀਂ ਪਾਉਂਦੇ ਗਾਤਰੇ, ਨਿਰਮਲ ਸੰਪਰਦਾ ਦੇ ਮਹਾਂਪੁਰਸ਼ ਤਲਵਾਰਾਂ ਨਹੀਂ ਪਾਉਂਦੇ, ਪਰ ਉਹ ਇਦਾਂ ਵੀ ਪ੍ਰਵਾਨ ਨੇ ਗੁਰੂ ਘਰ ਵਿੱਚ। ਉਹ ਸੰਤ ਰੂਪ ਕਰਕੇ ਪ੍ਰਵਾਨ ਨੇ ਤੇ ਜਿਹੜੇ ਸ਼ਸਤਰਧਾਰੀ ਨੇ ਉਹ ਸੰਤ ਤੇ ਸਿਪਾਹੀ ਰੂਪ ਵਿੱਚ ਪ੍ਰਵਾਨ ਨੇ, ਦੋਵੇਂ ਹੀ ਪ੍ਰਵਾਨ ਨੇ ਗੁਰੂ ਘਰ ਵਿੱਚ। ਸੋ ਕਹਿਣ ਤੋਂ ਭਾਵ ਉਹ ਹੁਣ ਸਿੰਘ ਰੋਸ ਕਰਦੇ ਆ ਮਨ 'ਚ ਕਿ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ। ਕਈ ਬਾਰ ਤਿਸ ਦੇਤ ਹਟਾਏ, ਕਈ ਵਾਰ ਹਟਾਉਂਦੇ, ਭਾਈ ਕਨਈਏ ਨੂੰ ਰੋਕਦੇ। ਉਹ ਕਹਿੰਦੇ ਉਹ ਸਾਦਾ ਤੂੰ ਉਹਨਾਂ ਨੂੰ ਵੀ ਜਲ ਛਕਾਈ ਜਾਣਾ, ਤੁਰਕਾਂ ਨੂੰ ਜਾ ਕੇ ਅਸੀਂ ਉਹਨਾਂ ਨੂੰ ਗੋਲੀਆਂ ਮਾਰਨੀਆਂ, ਉਹਨਾਂ ਨੂੰ ਮਾਰਨਾ, ਤੂੰ ਉਹਨਾਂ ਨੂੰ ਜਾ ਕੇ ਪਾਣੀ ਪਿਆ ਕੇ ਜਵਾਓ ਨਾ। ਸੋ ਨਹਿ ਮਿਟੈ ਦੇਤ ਜਲ ਜਾਏ। ਪਰ ਭਾਈ ਕਨਈਆ ਜੀ ਕਿਸੇ ਦੇ ਕਹਿਣ ਤੇ ਨਹੀਂ ਰੁਕਦੇ। ਉਹ ਕਹਿੰਦੇ ਬਈ ਮੈਂ ਤਾਂ ਗੁਰੂ ਸਾਹਿਬ ਨੂੰ ਹੀ ਪਿਉਣਾ ਪਾਣੀ, ਜਲ ਸਤਿਗੁਰੂ ਜੀ ਮੰਗਣ ਤੇ ਮੈਂ ਨਾ ਦਿਆਂ। ਭਾਈ ਕਨਈਆ ਜੀ ਸਿੰਘ ਰੋਕਦੇ ਵੀ ਨੇ, ਟੋਕਦੇ ਵੀ ਨੇ, ਪਰ ਭਾਈ ਕਨਈਆ ਜੀ ਨਹੀਂ ਰੁਕਦੇ। ਇੱਕ ਦਿਨ ਦਇਆ ਸਿੰਧ ਕੇ ਪਾਸ, ਅਖੀਰ ਸਿੰਘਾਂ ਨੇ ਆਖਿਆ ਵੀ ਗੁਰੂ ਸਾਹਿਬ ਕੋਲ ਬੇਨਤੀ ਕਰੀਏ। ਪਹਿਲਾਂ ਆਪਣੇ ਤੌਰ ਤੇ ਨਿਬੇੜਨਾ ਚਾਹਿਆ, ਜਦੋਂ ਵੇਖਿਆ ਵੀ ਨਹੀਂ ਗੱਲ ਬਣਦੀ, ਫਿਰ ਕਲਗੀਧਰ ਜੀ ਕੋਲ ਦਇਆ ਸਿੰਧ ਸਤਿਗੁਰੂ ਜੀ ਦੇ ਕੋਲ ਸਿੰਘ ਆਏ। ਨਿਤ ਪੁਕਾਰ ਕੀਨੀ ਅਰਦਾਸ, ਮਹਾਰਾਜ ਜੀ ਕੋਲ ਆ ਕੇ ਪੁਕਾਰ ਕੀਤੀ, ਬੇਨਤੀ ਕਰਕੇ ਕਹਿਣ ਲੱਗੇ ਹਮ ਬਹੁ ਤੰਗ ਕਰੈ ਰਿਪ ਬ੍ਰਿੰਦ। ਮਹਾਰਾਜ ਦੁਸ਼ਮਣ ਆਏ ਨੇ ਬਾਹਰ, ਤੁਹਾਨੂੰ ਪਤਾ 3 ਮਹੀਨਿਆਂ ਤੋਂ ਉੱਤੇ ਸਮਾਂ ਲੰਘ ਗਿਆ, ਇਹ ਸਾਨੂੰ ਆ ਕੇ ਤੰਗ ਕਰਦੇ ਹਨ। ਦਬਕ ਮੋਰਚੇ ਰਹਿ ਬਿਲੰਦ, ਤੇ ਅਸੀਂ ਉਹਨਾਂ ਨੂੰ ਤੰਗ ਕਰਦੇ ਹਾਂ, ਮੋਰਚਿਆਂ ਦੇ ਵਿੱਚ ਉਹਨਾਂ ਨੂੰ ਥੱਬ ਕੇ ਰੱਖਦੇ ਹਾਂ। ਅਸੀਂ ਉਹਨਾਂ ਨੂੰ ਪਾਣੀ ਵੀ ਨਹੀਂ ਪੀਣ ਜਾਣ ਦਿੰਦੇ। ਅਸੀਂ ਮਹਾਰਾਜ ਡਰ ਕੇ ਰਹਿੰਦੇ ਹਾਂ ਮੋਰਚਿਆਂ ਦੇ ਵਿੱਚ। ਖਾਨ ਪਾਨ ਨਹਿ ਪਹੁੰਚਣ ਦੇਤ, ਉਹ ਸਾਡੇ ਕੋਲ ਖਾਨ ਪਾਨ ਨਹੀਂ ਪਹੁੰਚਣ ਦਿੰਦੇ ਤੇ ਸਾਡੀ ਵਾਹ ਲੱਗਦੀ ਦਿਨੇ ਅਸੀਂ ਉਹਨਾਂ ਕੋਲ ਪਹੁੰਚਣ ਦਿੰਦੇ। ਸਗਰੇ ਦਿਨ ਦੁਖ ਦੇ ਬੇਹੇਤ, ਉਹ ਸਾਨੂੰ ਸਾਰਾ ਦਿਨ ਤੰਗ ਕਰਦੇ, ਅਸੀਂ ਉਹਨਾਂ ਨੂੰ ਵੀ ਪੂਰਾ ਦੱਬ ਕੇ ਰੱਖਦੇ ਹਾਂ ਮੋਰਚਿਆਂ ਵਿੱਚ। ਤਬ ਜਲ ਲੇਕਰ ਸਾਧ ਕਨਈਆ, ਮਹਾਰਾਜ ਅਸੀਂ ਉਹਨਾਂ ਨੂੰ ਦੱਬ ਕੇ ਰੱਖਦੇ ਹਾਂ, ਤੰਗ ਕਰਦੇ ਹਾਂ, ਤੇ ਆ ਜਿਹੜਾ ਸਾਧ ਕਨਈਆ ਇਹ ਪਾਣੀ ਦੀ ਮਸ਼ਕ ਲੈ ਕੇ ਦੇਤ ਤਿਨੈ ਬਹੁ ਕਰ ਤ੍ਰਿਪਤਈਆ, ਉਹਨਾਂ ਭੁੱਖਿਆਂ ਪਿਆਸਿਆਂ ਨੂੰ ਜਾ ਕੇ ਪਾਣੀ ਪਿਆਉਂਦਾ ਤੇ ਫਿਰ ਉਹਨਾਂ ਨੂੰ ਤ੍ਰਿਪਤ ਕਰ ਦਿੰਦਾ। ਉਹ ਜਿਨ੍ਹਾਂ ਦੇ ਬੁੱਲ ਸੁੱਕਦੇ ਹੁੰਦੇ ਆ, ਗਰਮੀ ਨਾਲ ਤੜਫਦੇ ਹੁੰਦੇ ਆ, ਇਹ ਜਾ ਕੇ ਉਹਨਾਂ ਨੂੰ ਪਾਣੀ ਪਿਆ ਕੇ ਤੇ ਤਗੜੇ ਕਰ ਆਉਂਦਾ ਸਾਡੇ ਨਾਲ ਲੜਨ ਵਾਸਤੇ। ਰਹੇ ਹਟਾਏ ਨਹੀਂ ਇਮ ਮਾਨੈ, ਮਹਾਰਾਜ ਜੀ ਅਸੀਂ ਭਾਈ ਕਨਈਆ ਜੀ ਨੂੰ ਰੋਕਦੇ ਆ, ਇਹ ਰੁਕਦੇ ਨਹੀਂ ਸਾਡੇ ਆਖਿਆਂ, ਸਾਡੇ ਕਿਹਾ ਹਟਦੇ ਨਹੀਂ ਹਨ। ਯਾ ਤੇ ਇਸਮੈ ਦੋਸ਼ ਪਛਾਨੈ, ਇਸ ਕਰਕੇ ਮਹਾਰਾਜ ਭਾਈ ਕਨਈਏ ਵਿੱਚ ਸਾਨੂੰ ਦੋਸ਼ ਪ੍ਰਤੀਤ ਹੁੰਦਾ ਹੈ। ਸਾਨੂੰ ਨਹੀਂ ਪਤਾ ਵੀ ਉਹ ਕਿਹੜੀ ਬਿਰਤੀ ਨਾਲ ਜਾ ਕੇ ਜਲ ਛਕਾਉਂਦੇ ਨੇ, ਪਰ ਸਾਨੂੰ ਇਹ ਕਮੀ ਦਿਸਦੀ ਹੈ, ਇਹ ਦੋਸ਼ ਨਜ਼ਰ ਆਉਂਦਾ ਭਾਈ ਕਨਈਆ ਜੀ ਵਿੱਚ। ਕਿਰਪਤ ਗਨ ਸੋ ਮਿਲਿਓ ਲਖੀਜੈ, ਮਹਾਰਾਜ ਸਾਨੂੰ ਤਾਂ ਕਦੇ ਕਦੇ ਸ਼ੱਕ ਪੈਂਦਾ ਵੀ ਉਹਨਾਂ ਦਾ ਬੰਦਾ ਤਾਂ ਨਹੀਂ ਹੈ, ਉਹਨਾਂ ਪਹਾੜੀਆਂ ਨਾਲ ਨਾ ਤੇ ਅੰਦਰ ਖਾਤੇ ਮਿਲਿਆ ਹੋਇਆ ਵੀ ਇੱਧਰ ਸਾਡੇ ਵੱਲ ਵੀ ਆਈ ਜਾਂਦਾ, ਉਹਨਾਂ ਨੂੰ ਵੀ ਪਾਣੀ ਚਕਾਈ ਜਾਂਦਾ। ਸਿੰਘਾਂ ਦੇ ਵਿੱਚ ਵੀ ਤਾਂ ਕਈ ਤਰ੍ਹਾਂ ਦੀ ਬਿਰਤੀ ਵਾਲੇ ਹੁੰਦੇ ਆ। ਮਹਾਰਾਜ ਸਾਨੂੰ ਤਾਂ ਲੱਗਦਾ ਵੀ ਇਹ ਪਹਾੜੀਆਂ ਦਾ ਹੀ ਬੰਦਾ ਹੈ, ਉਹਨਾਂ ਨਾਲ ਕਿਤੇ ਮਿਲਿਆ ਹੋਇਆ ਅੰਦਰ ਖਾਤੇ, ਤਾਂ ਹੀ ਮਹਾਰਾਜ ਜੀ ਉਹਨਾਂ ਨੂੰ ਜਲ ਛਕਾਉਂਦਾ ਹੈ। ਕੁਛ ਲਾਲਚ ਕਰ ਦੇਤ ਜਨੀਜੈ, ਏਦਾਂ ਜਾਪਦਾ ਵੀ ਉਹ ਮਾੜੀ ਮੋਟੀ ਮਾਇਆ ਦੇ ਦਿੰਦੇ ਹੁਣੇ ਨੇ ਇਹਨੂੰ, ਮਹਾਰਾਜ ਕੋਈ ਲਾਲਚ ਦੇ ਦਿੰਦੇ ਹੁਣੇ ਨੇ,
ਤੇ ਮਾਇਆ ਜੇਬ 'ਚ ਪਾ ਕੇ ਉਹਨਾਂ ਨੂੰ ਪਾਣੀ ਪਿਲਾਉਂਦਾ ਹੈ। ਨਤ ਹਮ ਰਿਪਕੋ ਕਰ ਕਰ ਤੰਗ, ਨਹੀਂ ਤਾਂ ਮਹਾਰਾਜ ਅਸੀਂ ਤਾਂ ਦੁਸ਼ਮਣ ਨੂੰ ਤੰਗ ਕਰਦੇ ਹਾਂ, ਮਾਰੇ ਹੁਤੇ ਸਰੀਰਨ ਭੰਗ। ਅਸੀਂ ਉਹਨਾਂ ਨੂੰ ਮਾਰਿਆ ਕੁੱਟਿਆ ਹੀ ਹੁੰਦਾ, ਇੱਕ ਪ੍ਰਕਾਰ ਨਾਲ ਉਹਨਾਂ ਦੇ ਸਰੀਰ ਟੁੱਟੇ ਹੁੰਦੇ ਨੇ ਪਿਆਸਿਆਂ ਦੇ। ਏਮ ਪੁਕਾਰ ਸੁਨ ਸਿੰਘਨ ਕੇਰੀ, ਇਹ ਜਾ ਕੇ ਉਹਨਾਂ ਨੂੰ ਤਗੜੇ ਕਰਾਉਂਦਾ। ਮਹਾਰਾਜ ਸਾਨੂੰ ਸ਼ੱਕ ਪੈਂਦਾ ਵੀ ਇਹ ਜਾਂ ਤਾਂ ਉਹਨਾਂ ਦਾ ਬੰਦਾ ਹੈ, ਆਪਣੇ 'ਚ ਰਲਿਆ ਹੋਇਆ, ਜਾਂ ਫਿਰ ਉਹ ਕੋਈ ਥੋੜੇ ਬਾਤੇ ਪੈਸੇ ਦੇ ਦਿੰਦੇ ਹਨ, ਇਹਨੂੰ ਲਾਲਚ ਦੇ ਦਿੰਦੇ ਨੇ ਤੇ ਤਾਂ ਉਹਨਾਂ ਦੀ ਜਾ ਕੇ ਮਦਦ ਕਰਦਾ। ਮਹਾਰਾਜ ਅਸੀਂ ਪਹਿਲਾਂ ਰੋਕਿਆ ਬਥੇਰਾ, ਪਰ ਸਾਡੇ ਰੋਕਿਆ ਨਹੀਂ ਰੁਕਦਾ। ਪਾਤਸ਼ਾਹ ਇਸ ਕਰਕੇ ਤੁਹਾਡੇ ਕੋਲ ਅਸੀਂ ਪੁਕਾਰ ਕਰਨ ਆਏ ਆ ਵੀ ਇਹਦਾ ਕੋਈ ਪ੍ਰਬੰਧ ਕਰੋ। ਸਾਧ ਹਕਾਰਿਓ ਟਿਕ ਤਿਸ ਬੇਰੀ, ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਬੁਲਾਓ ਬਈ ਸਾਧੂ ਨੂੰ। ਸਾਧ ਹੀ ਕਹਿੰਦੇ ਸਨ ਇਹਨੂੰ, ਕਹਿੰਦੇ ਸਾਧ ਨੂੰ ਸੱਦ ਕੇ ਲਿਆਓ। ਨਿਕਟ ਬਿਠਾਏ ਸਹਿਤ ਸਨਮਾਨਾ, ਪਾਤਸ਼ਾਹ ਜੀ ਤਾਂ ਜਾਣਦੇ ਸਨ ਵੀ ਕੀ ਖੇਡ ਹੈ ਉਹਨਾਂ ਦੀ। ਉਹ ਸਿੰਘ ਵੀ ਬੈਠੇ ਸ਼ਿਕਾਇਤ ਕਰਨ ਵਾਲੇ। ਭਾਈ ਕਨਈਆ ਜੀ ਜਦੋਂ ਆਏ ਤੇ ਮਹਾਰਾਜ ਜੀ ਨੇ ਬੜਾ ਸਨਮਾਨ ਦੇ ਕੇ, ਆਓ ਸੰਤ ਜੀ, ਮਹਾਰਾਜ ਜੀ ਨੇ ਸੰਤ ਜੀ ਕਹਿ ਕੇ, ਸਾਧ ਜੀ ਕਹਿ ਕੇ ਸੰਬੋਧਨ ਕੀਤਾ। ਆਓ ਸਾਧੂ ਜਨ ਜੀ, ਆਓ ਸੰਤ ਜੀ ਬੈਠੋ। ਬੜੇ ਸਤਿਕਾਰ ਨਾਲ ਕਲਗੀਧਰ ਜੀ ਨੇ ਭਾਈ ਕਨਈਆ ਜੀ ਨੂੰ ਆਪਣੇ ਕੋਲ ਨੇੜੇ ਚਰਨਾਂ 'ਚ ਬਿਠਾਇਆ। ਸ਼੍ਰੀ ਮੁਖ ਤੇ ਤਬ ਬਾਕ ਬਖਾਨਾ, ਗੁਰਦੇਵ ਜੀ ਆਪਣੇ ਮੁਖੋਂ ਬੋਲੇ। ਕਲਗੀਧਰ ਸਵਾਮੀ ਜੀ ਕਹਿਣ ਲੱਗੇ, ਕਹੋ ਸਾਧ ਕਿਉਂ ਸਹੋ ਬਿਖਾਦਾ। ਮਹਾਰਾਜ ਜੀ ਕਹਿੰਦੇ ਸੰਤ ਜੀ ਤੁਸੀਂ ਇੰਨਾ ਬਿਖਾਦ ਕਿਉਂ ਝੱਲਦੇ ਹੋ ਆਪਣੇ ਤੇ, ਕਿਉਂ ਇੰਨਾ ਬਿਖਾਦ ਝੱਲਦੇ ਹੋ? ਬੈਠੇ ਕਿਉਂ ਨਾ ਰਹੋ ਅਹਲਾਦਾ, ਕਿ ਸਾਰਾ ਦਿਨ ਖੇਚਲ ਕਰਦੇ ਹੋ, ਮਸ਼ਕ ਚੁੱਕ ਕੇ ਪਾਣੀ ਢੋਂਦੇ ਹੋ, ਤੁਸੀਂ ਬਹਿ ਕੇ ਰੱਬ ਰੱਬ ਕਰਿਆ ਕਰੋ, ਭਜਨ ਕਰਿਆ ਕਰੋ ਬਹਿ ਕੇ ਖੇੜੇ ਦੇ ਨਾਲ। बीच जंग के इत उत फिरो, ਜੰਗ ਦੇ ਮੈਦਾਨ ਵਿੱਚ ਤੁਸੀਂ ਇੱਧਰ ਉੱਧਰ ਫਿਰਦੇ ਹੋ। जल को अचवावन हित तरो, ਔਰ ਪਾਣੀ ਪਿਲਾਉਣ ਵਿੱਚ ਹਿੱਤ ਰੱਖਦੇ ਹੋ, ਜਲ ਚਕਾਉਣ ਦੀ ਸੇਵਾ ਕਰਦੇ ਹੋ। सिंगन तुम पर करी पुकारा, ਆ ਸਿੰਘ ਤੁਹਾਡੀ ਸ਼ਿਕਾਇਤ ਲੈ ਕੇ ਆਏ ਨੇ ਸਾਡੇ ਕੋਲ, ਇਹਨਾਂ ਨੇ ਸਾਡੇ ਕੋਲ ਤੁਹਾਡੀ ਸ਼ਿਕਾਇਤ ਕੀਤੀ ਹੈ रिपगन को दुख मह दे बारा, ਕਿ ਦੁਸ਼ਮਣ ਨੂੰ ਤੁਸੀਂ ਜਾ ਕੇ ਜਲ ਛਕਾਉਂਦੇ ਹੋ, ਜਿਹੜੇ ਦੁਸ਼ਮਣ ਨੇ ਬਾਹਰ ਮੋਰਚਿਆਂ ਵਿੱਚ ਉਹਨਾਂ ਨੂੰ ਪਾਣੀ ਪਿਆਉਂਦੇ ਹੋ। जे नह मिटे पिलावन चाहे, ਤੇ ਜੇ ਤੁਸੀਂ ਸੇਵਾ ਕਰਨੀ ਹੈ, ਜਲ ਛਕਾਉਣਾ ਹੈ, ਤੁਸੀਂ ਨਹੀਂ ਹਟਦੇ। सिंगन को देहो निज पखमा है, ਤੇ ਜਿਹੜੇ ਤੁਹਾਡੇ ਆਪਣੇ ਪੱਖੀ ਸਿੰਘ ਨੇ ਫਿਰ ਉਹਨਾਂ ਨੂੰ ਜਲ ਛਕਾਇਆ ਕਰੋ, ਨਹੀਂ ਤਾਂ ਚੁੱਪ ਕਰਕੇ ਭਜਨ ਕਰੋ ਬਹਿ ਕੇ ਤੁਸੀਂ। ਤੇ ਕਹਿੰਦੇ ਆ ਵੀ ਤੁਸੀਂ ਦੁਸ਼ਮਣਾਂ ਨੂੰ ਛਕਾਉਂਦੇ ਹੋ ਜਲ, ਜੇ ਛਕਾਣਾ ਹੀ ਹੈ ਤੇ ਫਿਰ ਜਿਹੜੇ ਤੁਹਾਡੇ ਪੱਖੀ ਸਿੰਘ ਨੇ ਇਹਨਾਂ ਨੂੰ ਜਲ ਛਕਾਓ। ਇਹ ਕਹਿੰਦੇ ਹਨ हमरो बैरे गरीशन संग, ਇਹ ਜਿਹੜੇ ਪਹਾੜੀਏ ਨੇ ਜਾਂ ਇਹ ਜਿਹੜੇ ਮਲੇਛ ਨੇ, ਇਹਨਾਂ ਨਾਲ ਸਾਡਾ ਵੈਰ ਹੈ। आहक लड़ते हे तना जंग, ਇਹ ਬਿਨਾਂ ਗੱਲ ਤੋਂ ਬਿਨਾਂ ਕਾਰਨ ਤੋਂ ਆ ਕੇ ਸਾਡੇ ਨਾਲ ਜੰਗ ਲੜ ਰਹੇ ਹਨ। राम नगर तिन को नह रोकियो, ਅਸੀਂ ਇਹਨਾਂ ਦਾ ਕੋਈ ਪਿੰਡ ਨਹੀਂ ਰੋਕਿਆ, ਅਸੀਂ ਇਹਨਾਂ ਦੇ ਕਿਸੇ ਸ਼ਹਿਰ ਤੇ ਕਬਜ਼ਾ ਨਹੀਂ ਕੀਤਾ। जरत मूड मत हम है बेलोकियो, ਇਹ ਸਾਡਾ ਪ੍ਰਤਾਪ ਵੇਖ ਕੇ ਮੂਰਖ ਮੱਤ ਵਾਲੇ ਸੜੀ ਜਾਂਦੇ ਆ ਤੇ ਲੜਨ ਆਏ ਨੇ ਨਕੰਮੇ ਇਕੱਠੇ ਹੋ ਕੇ। जाए तुर्क की शरणी परे, ਉਹਦੇ ਤੁਰਕਾਂ ਦੀ ਸ਼ਰਨ ਜਾ ਪਏ ਨੇ ਪਹਾੜੀਏ, ਤੁਰਕਾਂ ਦੀ ਸ਼ਰਨ ਜਾ ਕੇ ਪਨਾਹ ਵਿੱਚ ਪਏ ਨੇ। हमरो दोष सुनावन करे, ਉੱਥੇ ਤੁਰਕਾਂ ਨੂੰ ਜਾ ਕੇ ਇਹਨਾਂ ਨੇ ਸਾਡੇ ਦੋਸ਼ ਸੁਣਾਏ ਨੇ निज सहाय लश्कर ले आए, ਔਰ ਆਪਣੀ ਮਦਦ ਵਾਸਤੇ ਤੁਰਕਾਂ ਦਾ ਇਹ ਵੱਡਾ ਲਸ਼ਕਰ ਲੈ ਕੇ ਆਏ ਹਨ। कई लाख देखो पट छाए, ਵੇਖੋ ਤੁਹਾਡੇ ਸਾਹਮਣੇ ਲੱਖਾਂ ਦੀ ਗਿਣਤੀ ਵਿੱਚ ਇਹ ਦੁਸ਼ਮਣ ਚਾਰੇ ਪਾਸੇ ਹਨ। अनक जतन कै कटक बटोरा, ਬੜੇ ਯਤਨਾਂ ਨਾਲ ਇਹਨਾਂ ਨੇ ਫੌਜ ਇਕੱਠੀ ਕੀਤੀ ਹੈ पुर को घेर लीन चह ओरा, ਔਰ ਚਾਰੇ ਪਾਸਿਓਂ ਆਨੰਦਪੁਰ ਸਾਹਿਬ ਨੂੰ ਘੇਰਾਬੰਦੀ ਕੀਤੀ ਹੋਈ ਹੈ। हम है अलंब अकाल पुरख को, ਭਾਈ ਕਨਈਆ ਜੀ ਸਾਨੂੰ ਤਾਂ ਅਕਾਲ ਪੁਰਖ ਦਾ ਆਸਰਾ ਹੈ। सब जग करता जो दुख सुख को, ਉਹ ਅਕਾਲ ਪੁਰਖ ਸਾਰੇ ਜਗਤ ਦਾ ਮਾਲਕ ਹੈ, ਉਹ ਦੁੱਖ ਸੁੱਖ ਦਾ ਵੀ ਕਰਤਾ ਉਹੀ ਹੈ। शत्रन आन मोर्चे लाए, ਦੁਸ਼ਮਣਾਂ ਨੇ ਆ ਕੇ ਚਾਰੇ ਪਾਸੇ ਮੋਰਚੇ ਲਾਏ ਹੋਏ ਨੇ, दिन को सिंह हन है समुदाय, ਸਾਡੇ ਸਿੰਘ ਉਹਨਾਂ ਨੂੰ ਮਾਰ ਰਹੇ ਨੇ,
ਉਹਨਾਂ ਦੁਸ਼ਮਣਾਂ ਨੂੰ ਮਾਰ ਰਹੇ ਨੇ ਜਿਹੜੇ ਮੋਰਚੇ ਲਾ ਕੇ ਬੈਠੇ ਹਨ। ਨਹਿ ਬੈਰੀ ਗਨ ਕੋ ਜਲ ਦੇਹੋ। ਇਸ ਕਰਕੇ ਸਿੰਘ ਕਹਿੰਦੇ ਨੇ ਵੀ ਤੁਸੀਂ ਨਾ ਦੁਸ਼ਮਣਾਂ ਨੂੰ ਜਲ ਨਾ ਚਕਾਇਆ ਕਰੋ। ਇਹ ਸਿੱਖਿਆ ਉਰ ਮਹਿ ਧਰ ਲੇਹੋ। ਇਹ ਸਿੱਖਿਆ ਤੁਸੀਂ ਆਪਣੇ ਹਿਰਦੇ 'ਚ ਧਾਰਨ ਕਰ ਲਓ ਭਾਈ ਕਨ੍ਹਈਆ ਜੀ। ਸਾਧ ਕਨ੍ਹਈਆ ਸੁਨ ਗੁਰਬਾਣੀ। ਮਹਾਰਾਜ ਜੀ ਦੇ ਬਚਨ ਸੰਤ ਕਨ੍ਹਈਆ ਜੀ ਨੇ ਸੁਣੇ। ਹਾਥ ਜੋੜ ਕਰ ਤਬ ਹੈ ਬਖਾਨੀ। ਬੋਲੇ ਭਾਈ ਸਾਹਿਬ ਕਹਿਣ ਲੱਗੇ ਹੱਥ ਜੋੜ ਕੇ ਕਲਗੀਧਰ ਸੁਆਮੀ ਜੀ ਨੂੰ, ਸ਼੍ਰੀ ਪ੍ਰਭ ਜੀ ਤੁਮਰੋ ਉਪਦੇਸ਼ੋ। ਏ ਸਤਿਗੁਰੂ ਜੀ ਤੁਹਾਡੇ ਪਵਿੱਤਰ ਪਾਵਨ ਉਪਦੇਸ਼ ਨੂੰ ਮੈਂ ਉਰ ਧਾਰਨ ਕਰੋ ਹਮੇਸ਼ੋ। ਮੈਂ ਆਪਣੇ ਹਿਰਦੇ ਵਿੱਚ ਹਮੇਸ਼ਾ ਧਾਰਨ ਕਰਦਾ ਹਾਂ। ਸਦਾ ਚਲਾਂ ਤਿਨ ਕੇ ਅਨਸਾਰੀ। ਮਹਾਰਾਜ ਤੁਹਾਡੇ ਹੁਕਮ ਦੇ ਅਨੁਸਾਰ ਉਪਦੇਸ਼ ਦੇ ਅਨੁਸਾਰ ਮੈਂ ਸਦਾ ਚੱਲਦਾ। ਨਹੀਂ ਬਿਪਰਜੈ ਕਰ ਹੋਕਾਰੀ। ਮਹਾਰਾਜ ਤੁਹਾਡੇ ਹੁਕਮ ਤੋਂ ਬਾਹਰ ਕੋਈ ਉਲਟੀ ਕਾਰ ਮੈਂ ਨਹੀਂ ਕਰਦਾ। ਜਹਾਂ ਕਹਾਂ ਇੱਕ ਰੂਪ ਤੁਮਾਰਾ। ਪਰ ਪਾਤਸ਼ਾਹ ਮੈਨੂੰ ਕੋਈ ਤੁਹਾਡੇ ਬਿਨਾ ਦੂਜਾ ਦਿਸਦਾ ਹੀ ਨਹੀਂ। ਦਾਤਾ ਜੀ ਤੁਮ ਕੋ ਪਿਲਾਵੋ ਪਾਨੀ। ਮਹਾਰਾਜ ਮੈਨੂੰ ਤੁਹਾਡੇ ਬਿਨਾ ਹੋਰ ਕਿਤੇ ਕੋਈ ਦੂਸਰਾ ਨਹੀਂ ਦਿਸਦਾ। ਨਹਿ ਦੂਸਰ ਮੈਂ ਕਹੂੰ ਨਿਹਾਰਾ। ਸਾਰਿਆਂ ਵਿੱਚ ਇੱਕ ਤੁਹਾਡਾ ਹੀ ਰੂਪ ਦਿਸਦਾ। ਮਹਾਰਾਜ ਤੁਹਾਡੇ ਬਿਨਾ ਨਹੀਂ ਕੋਈ ਦੂਜਾ ਦਿਸਦਾ। ਚਿਤਕ ਚਰਾਚਰ ਜਗਤ ਬਨਾਇਓ। ਇਹ ਜਿਤਨਾ ਜੜ ਚੇਤਨ ਸਾਰਾ ਜਗਤ ਬਣਿਆ ਹੋਇਆ ਹੈ। 84 ਲੱਖ ਜੂਨ ਸੁਹਾਇਓ। ਇਹ ਜਿਹੜੀਆਂ 84 ਲੱਖ ਜੂਨੀਆਂ ਮਹਾਰਾਜ ਜੀ ਸੋਭਦੀਆਂ ਨੇ। ਸਭ ਮੈਂ ਰਹੇ ਬਿਰਾਜ ਸਮਾਨਾ। ਮਹਾਰਾਜ ਤੁਸੀਂ ਸਾਰਿਆਂ ਵਿੱਚ ਜੋਤ ਰੂਪ ਕਰਕੇ ਵਿਆਪਕ ਹੋ। ਮੈਂ ਸਾਰਿਆਂ 'ਚ ਤੁਹਾਡੀ ਹੀ ਜੋਤ ਨੂੰ ਵੇਖਦਾ। ਛਤਰ ਮਿੱਤਰ ਕੋ ਜਾਏ ਨਾ ਜਾਣਾ। ਮੈਨੂੰ ਨਹੀਂ ਪਤਾ ਲੱਗਦਾ ਕਿਹੜਾ ਦੁਸ਼ਮਣ ਹੈ ਤੇ ਕਿਹੜਾ ਮਿੱਤਰ ਹੈ। ਮਹਾਰਾਜ ਮੈਨੂੰ ਤਾਂ ਸਾਰਿਆਂ ਵਿੱਚ ਤੁਸੀਂ ਦਿਸਦੇ ਹੋ ਤੇ ਮਹਾਰਾਜ ਹੋਰ ਨਹੀਂ ਮੈਨੂੰ ਕੋਈ ਦਿਸਦਾ ਵੀ ਕਿਹੜਾ ਦੁਸ਼ਮਣ ਤੇ ਕਿਹੜਾ ਸ਼ਤਰੂ ਮਿੱਤਰ ਹੈ। ਸਭ ਥਲ ਤੁਮਰੋ ਰੂਪ ਨਿਹਾਰੋ। ਸਰਬ ਥਾਵਾਂ ਤੇ ਪਾਤਸ਼ਾਹ ਮੈਨੂੰ ਤੁਹਾਡਾ ਹੀ ਰੂਪ ਦਿਸਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਤੁਹਾਡੇ ਬਿਨਾ ਮੈਨੂੰ ਹੋਰ ਕੋਈ ਨਹੀਂ ਦਿਸਦਾ। ਭੇਦ ਭਿੰਨ ਕੋ ਨਹੀਂ ਵਿਚਾਰੋ। ਮੈਨੂੰ ਨਾ ਭਿੰਨਤਾ ਦਿਸਦੀ ਹੈ ਨਾ ਕਿਸੇ ਵਿੱਚ ਭੇਦ ਨਜ਼ਰ ਆਉਂਦਾ। ਮੋਕੋ ਤੋ ਇਮਹਿ ਦ੍ਰਿਸ਼ਟਾਵੈ। ਮੈਨੂੰ ਤਾਂ ਮਹਾਰਾਜ ਏਦਾਂ ਹੀ ਦਿਸਦਾ ਹੈ। ਤੁਮ ਬਿਨ ਦੂਸਰ ਨਦਰ ਨਾ ਆਵੈ। ਤੁਹਾਡੇ ਬਿਨਾ ਦੂਜਾ ਦਿਸਦਾ ਹੀ ਨਹੀਂ ਮੇਰੇ ਪਾਤਸ਼ਾਹ। ਜਿਸ ਦਿਨ ਦਾ ਤੁਹਾਨੂੰ ਵੇਖਿਆ ਉਸ ਦਿਨ ਤੋਂ ਬਾਅਦ ਦੂਜਾ ਕੋਈ ਨਹੀਂ ਦਿਸਿਆ। ਇਮਰਾਵਰ ਕੋ ਹੈ ਉਪਦੇਸ਼ੋ। ਪਾਤਸ਼ਾਹ ਤੁਹਾਡਾ ਉਪਦੇਸ਼ ਵੀ ਇਹ ਹੈ ਕਿ ਸਭ ਵਿੱਚ ਤੁਹਾਡੀ ਜੋਤ ਹੈ। ਸੋ ਉਰ ਧਾਰਿਓ ਬਿਨਾ ਕਲੇਸ਼ੋ। ਮੈਂ ਉਹ ਉਪਦੇਸ਼ ਆਪ ਜੀ ਦਾ ਆਪਣੇ ਹਿਰਦੇ 'ਚ ਬਿਨਾਂ ਕਲੇਸ਼ ਤੋਂ ਧਾਰਨ ਕੀਤਾ ਹੈ। ਇਤ ਸਿੰਘਨ ਮਹਿ ਆਪ ਬਿਰਾਜੈ। ਇਧਰ ਸਿੰਘਾਂ ਵਿੱਚ ਵੀ ਤੁਸੀਂ ਬਿਰਾਜਦੇ ਹੋ। ਉਤ ਤੁਰਕਨ ਮਹਿ ਤੁਮ ਹੀ ਛਾਜੈ। ਉਧਰ ਮੁਸਲਮਾਨਾਂ ਵਿੱਚ ਵੀ ਮਹਾਰਾਜ ਤੁਸੀਂ ਵਸਦੇ ਦਿਸਦੇ ਹੋ। ਨਹੀਂ ਪਹਾੜੀ ਮਹਿ ਕੋ ਦੂਜਾ। ਤੇ ਪਹਾੜੀਆਂ 'ਚ ਕਿਹੜਾ ਕੋਈ ਦੂਜਾ। ਮਹਾਰਾਜ ਉਹਨਾਂ ਵਿੱਚ ਵੀ ਤੁਸੀਂ ਵਸਦੇ ਹੋ। ਜਹ ਕਹਿ ਕਰਹਿ ਆਪ ਕੀ ਪੂਜਾ। ਜਿੱਥੇ ਕਿੱਥੇ ਤੁਹਾਡੀ ਹੀ ਪੂਜਾ ਹੁੰਦੀ ਦਿਸਦੀ ਹੈ ਮੈਨੂੰ। ਜਲ ਥਲ ਸਕਲ ਗਗਨ ਅਰ ਅਵਨੀ। ਜਲ ਥਲ ਧਰਤੀ ਆਕਾਸ਼ ਜਿਤਨੀ ਵੀ ਥਾਵਾਂ ਨੇ ਸਭ ਪਾਸੇ ਤੁਸੀਂ ਵਿਆਪਕ ਤੇ ਪੂਜੇ ਜਾਂਦੇ ਹੋ। ਇਹ ਖੇਲ ਰਾਵਰ ਕੀ ਰਵਨੀ। ਮਹਾਰਾਜ ਇਹ ਸਾਰੀ ਧਰਤੀ ਤੁਹਾਡੀ ਖੇਡ ਰਚੀ ਹੋਈ ਹੈ। ਇਮ ਸੁਨ ਸੰਤ ਕਨਈਏ ਪਾਸ। ਜਦੋਂ ਭਾਈ ਕਨ੍ਹਈਆ ਜੀ ਦੇ ਬਚਨ ਮਹਾਰਾਜ ਜੀ ਨੇ ਸੁਣੇ ਪਰਮ ਪ੍ਰਸਾਨੇ ਭਏ ਗੁਣ ਰਾਸ। ਪਾਤਸ਼ਾਹ ਬੜੇ ਪ੍ਰਸੰਨ ਹੋਏ। ਕਿਰਪਾ ਦੇ ਘਰ ਵਿੱਚ ਆਏ ਰੀਝੇ। ਸ਼੍ਰੀ ਮੁਖ ਤੇ ਮੁਸਕਾਏ ਬਖਾਨਾ। ਪਾਤਸ਼ਾਹ ਮੁਸਕਰਾ ਕੇ ਬੋਲੇ ਕਲਗੀਧਰ ਜੀ। ਸੁਨੋ ਖਾਲਸਾ ਮਇਆ ਨਿਧਾਨਾ। ਪਾਤਸ਼ਾਹ ਜੀ ਬੋਲੇ ਕਹਿੰਦੇ ਹੈ ਖਾਲਸਾ ਜੀ ਤੁਸੀਂ ਮਇਆ ਨਿਧਾਨ ਹੋ। ਖਾਲਸਾ ਜੀ ਤੁਸੀਂ ਵੀ ਬਖਸ਼ੰਦ ਹੋ। ਸਾਧ ਬ੍ਰਿਤੀ ਇਮ ਲਖਿਓ ਚਰਿੱਤਰ। ਭਾਈ ਕਨ੍ਹਈਆ ਜੀ ਸਾਧੂ ਬਿਰਤੀ ਦੇ ਮਾਲਕ ਨੇ। ਉਹਨਾਂ ਨੇ ਚਰਿੱਤਰ ਜਾਣਿਆ। ਇੱਕ ਬਚਿੱਤਰ ਮੈਂ ਹੈ ਛਤਰ ਨਾ ਮਿੱਤਰ। ਆ ਇੱਕ ਬਚਿੱਤਰ ਪ੍ਰਮਾਤਮਾ ਵਿੱਚ ਇਹਨਾਂ ਨੂੰ ਕੋਈ ਦੁਸ਼ਮਣ ਮਿੱਤਰ ਨਜ਼ਰ ਨਹੀਂ ਆਉਂਦਾ। ਇਸ ਕੋ ਕਿਸ ਬਿਦ ਕਹੋ ਨਾ ਕੋਈ। ਇਹਨੂੰ ਨਾ ਕਿਸੇ ਨੇ ਕੁਝ ਆਖਣਾ, ਇਹਨੂੰ ਕਿਸੇ ਨੇ ਨਹੀਂ ਕੁਝ ਕਹਿਣਾ। ਕਰਹਿ ਜਥੋਚਿਤ ਜਿਮ ਉਰ ਹੋਈ। ਇਹਨਾਂ ਦਾ ਮਨ ਜਿਵੇਂ ਆਉਂਦਾ ਇਹਨਾਂ ਨੂੰ ਕਰਨ ਦਿਓ।
ਨਹਿ ਬੈਰੀ ਇਸਕੇ ਔਰ ਭਾਸਾ ਇਹਨਾਂ ਨੂੰ ਕੋਈ ਦੁਸ਼ਮਣ ਦਿਸਦਾ ਹੀ ਨਹੀਂ। ਪ੍ਰਭ ਇੱਕ ਸਭ ਮਹਿ ਲਖਿਓ ਤਮਾਸ਼ਾ ਇੱਕ ਰੱਬ ਦਾ ਹੀ ਸਾਰਿਆਂ 'ਚ ਤਮਾਸ਼ਾ ਵੇਖਦੇ ਹਨ। ਊਚ ਭੂਮਿਕਾ ਮਹਿ ਮਨ ਥਿਰਿਓ ਉੱਚੀ ਅਵਸਥਾ ਵਿੱਚ ਇਹਨਾਂ ਦਾ ਮਨ ਟਿਕਿਆ ਹੋਇਆ ਹੈ। ਨਾਨਾ ਤਿਆਗ ਏਕ ਰਸ ਧਰਿਓ ਇਹਨਾਂ ਨੂੰ ਅਨੇਕਤਾ ਵਿੱਚ ਇੱਕ ਦਿਸਦਾ ਹੈ, ਅਨੇਕਤਾ ਵਿੱਚ ਇੱਕ ਨਜ਼ਰ ਆਉਂਦਾ ਹੈ। ਧਨ ਜਨਮ ਆਪਣੋ ਇੱਕ ਕੀਨਾ ਧਨ ਹਨ ਇਹਨਾਂ ਨੇ ਆਪਣਾ ਜਨਮ ਧਨ ਕਰ ਲਿਆ ਹੈ। ਜਿਸ ਕੋ ਬਖਸ਼ੇ ਹੋਏ ਦੁਖਹੀਨਾ ਹਾਂ, ਜਿਸ ਨੂੰ ਇਹ ਬਖਸ਼ ਦੇਣਗੇ ਉਹ ਵੀ ਦੁਖਹੀਣਾ ਹੋ ਜਾਵੇਗਾ। ਇਹ ਵੀ ਆਪਣੋ ਪੰਥ ਪ੍ਰਕਾਸ਼ੈ ਸਮਾਂ ਆਵੇਗਾ ਇਹਨਾਂ ਦੇ ਨਾਂ ਤੇ ਵੀ ਪੰਥ ਚੱਲੇਗਾ। ਸੇਵਾ ਪੰਥੀ ਪੰਥ ਚੱਲਿਆ ਸਤਿਗੁਰਾਂ ਦੇ ਬਚਨਾਂ ਨਾਲ। ਬਹੁ ਲੋਕਨ ਕੀ ਕੁਮਤ ਬਿਨਾਸ਼ੈ ਇਹਨਾਂ ਦੀ ਜਿਹੜੀ ਸੰਪਰਦਾ ਹੋਵੇਗੀ, ਬੜੇ ਬੜੇ ਮਹਾਂਪੁਰਸ਼ ਹੋਣਗੇ, ਭਾਈ ਅੱਡਣ ਸ਼ਾਹ ਵਰਗੇ, ਜਿਹੜੇ ਲੋਕਾਂ ਦੀ ਮਾੜੀ ਮਤ ਦਾ ਨਾਸ਼ ਕਰਨਗੇ। ਸੁਨ ਪ੍ਰਭ ਤੇ ਸਭ ਸਿੰਘ ਆਨੰਦੇ ਮਹਾਰਾਜ ਜੀ ਦੇ ਬਚਨ ਸੁਣ ਕੇ ਸਿੰਘ ਆਨੰਦਿਤ ਹੋਏ ਤੇ ਹੁਕਮ ਕੀਤਾ ਸਤਿਗੁਰਾਂ ਮਲਮ ਪੱਟੀ ਵੀ ਦੇ ਦਿਓ ਇਹਨਾਂ ਨੂੰ। ਆਖਿਆ ਕਨਈਆ ਜੀ ਅੱਜ ਤੋਂ ਬਾਅਦ ਕੋਈ ਜ਼ਖਮੀ ਦਿਸੇ ਤੇ ਉਹਦੀ ਮਲਮ ਪੱਟੀ ਵੀ ਕਰ ਦਿਆ ਕਰੋ। ਇਹ ਸਤਿ ਸ੍ਰੀ ਹੋਰ ਵਾਧਾ ਕਰ ਦਿੱਤਾ ਇਹਨਾਂ ਦੀ ਸੇਵਾ ਵਿੱਚ। ਦੁਐਤ ਹਤੀ ਲਹਿ ਬ੍ਰਹਮ ਆਨੰਦੇ ਔਰ ਦੁਐਤ ਦਾ ਨਾਸ਼ ਕਰਕੇ ਬ੍ਰਹਮਾਕਾਰ ਬਿਰਤੀ ਹੋ ਗਈ, ਆਨੰਦ ਵਿੱਚ ਟਿਕੇ ਹੋਏ ਨੇ। ਤਿਸ ਦਿਨ ਤੇ ਨਹਿ ਕਿਸ ਕਿਛੁ ਕਹਿਓ ਦਿਨ ਤੋਂ ਬਾਅਦ ਕਿਸੇ ਸਿੰਘ ਨੇ ਭਾਈ ਕਨਈਏ ਨੂੰ ਟੋਕ ਟਾਕ ਨਹੀਂ ਕੀਤੀ। ਤਿਮਹੀ ਜਲ ਕੋ ਪਿਆਵਤ ਰਹਿਓ ਉਸੇ ਤਰ੍ਹਾਂ ਜਲ ਛਕਾਉਂਦੇ ਰਹੇ। ਸਰਬ ਮੋਰਚੇ ਮੈਂ ਫਿਰ ਕਰਕੇ ਸਾਰੇ ਮੋਰਚਿਆਂ 'ਚ ਭਾਈ ਸਾਹਿਬ ਫਿਰਦੇ ਨੇ। ਜਲ ਕੋ ਦੇਤ ਮਸ਼ਕ ਨਿਤ ਭਰ ਮਸ਼ਕ ਭਰ ਕੇ ਕੇ ਜਲ ਛਕਾਉਂਦੇ ਹਨ। ਇਸ ਕੋ ਨਹਿ ਮਾਰਤ ਕੋ ਗੋਰੀ ਦੁਸ਼ਮਣ ਵੀ ਕੋਈ ਗੋਲੀ ਨਹੀਂ ਚਲਾਉਂਦਾ, ਕਹਿੰਦੇ ਤਾਂ ਸਾਧੂ ਆਦਮੀ ਸਾਨੂੰ ਵੀ ਜਲ ਛਕਾ ਕੇ ਜਾਂਦਾ ਹੈ। ਭਾਈ ਸਾਹਿਬ ਜਦੋਂ ਕਿਤੋਂ ਲੰਘਦੇ ਹੋਣ ਨਾ ਨੇੜੇ, ਉਧਰੋਂ ਗੋਲੀਆਂ ਬੰਦ ਕਰ ਦਿੰਦੇ, ਤੁਰਕ ਵੀ ਗੋਲੀਆਂ ਚਲਾਣੀਆਂ ਬੰਦ ਕਰ ਦਿੰਦੇ ਨੇ। ਕਿਉਂਕਿ ਗੁਰਦੇਵ ਨੇ ਬਚਨ ਕੀਤਾ, ਭਾਈ ਕਨਈਆ ਜੀ ਤੁਸੀਂ ਲੋਕਾਂ ਦੀਆਂ ਰੂਹਾਂ ਫਤਿਹ ਕਰਦੀਆਂ ਹਨ। ਹਾਂਜੀ, ਫਿਰਤ ਰਹਿ ਲੜਤੇ ਜੁਗਿਓਰੀ ਦੋਹਾਂ ਪਾਸੇ ਫਿਰਦੇ ਆ ਭਾਈ ਕਨਈਆ ਜੀ, ਇਹਨਾਂ ਨੂੰ ਨਹੀਂ ਕੋਈ ਗੋਲੀ ਦਾਗਦਾ ਮਾਰਦਾ। ਸਾਧ ਜਾਣ ਕਰ ਬੰਧਨ ਕਰੈ ਸਾਨੂੰ ਸਾਧੂ ਜਾਣ ਕੇ ਤੁਰਕ ਵੀ ਮੱਥਾ ਟੇਕਦੇ, ਧੰਨ ਨੇ ਗੁਰੂ ਕੇ ਸਿੱਖ। ਦੁਸ਼ਮਣਾਂ ਦੇ ਕੋਲੋਂ ਵੀ ਮੱਥਾ ਟੇਕਿਆ ਜਾ ਰਿਹਾ। ਭਾਈ ਕਨਈਆ ਜੀ ਦੀ ਇਸ ਮਹਾਨ ਬੰਦਗੀ ਨੂੰ, ਪ੍ਰਤਾਪ ਨੂੰ ਨਮਸਕਾਰਾਂ ਕਰਦੇ ਨੇ। ਜਲ ਕੋ ਲੇਤ ਤ੍ਰਿਖਾ ਕੋ ਹਰੈ ਉਹਨਾਂ ਕੋਲੋਂ ਜਲ ਲੈ ਕੇ ਆਪਣੀ ਪਿਆਸ ਦੂਰ ਕਰਦੇ ਹਨ। ਇਮ ਘੇਰਾ ਕਰ ਅੰਨ ਹਟਾਇਓ ਇਹ ਤਾਂ ਘੇਰਾਬੰਦੀ ਕਰਕੇ ਦੁਸ਼ਮਣਾਂ ਨੇ ਅੰਨ ਰੋਕ ਦਿੱਤਾ। ਕੇਤਕ ਦਿਨ ਲਗ ਅੰਤਰ ਖਾਇਓ ਜਿੰਨਾ ਕੁ ਅੰਦਰ ਰਸਤ ਬਸਤ ਸੀ, ਕੋਈ ਦਿਨ ਸਿੰਘ ਛਕਦੇ ਛਕਾਉਂਦੇ ਰਹੇ। ਲਗਿਓ ਨਿਖੂਟਨ ਅੰਨ ਮਹਾਨੇ ਆਖਰਕਾਰ ਅੰਨ ਮੁੱਕਣ ਲੱਗਾ। ਜੇ ਅਵਸ ਚਹੀਤ ਨਿਤ ਖਾਨੇ ਹੁਣ ਰੋਟੀਆਂ ਤਾਂ ਦੋ ਅਵਸ਼ ਖਾਣੀਆਂ ਹੀ ਖਾਣੀਆਂ ਨੇ ਨਾ, ਰੋਜ਼ੋ ਤਾਂ ਖਾਣੀਆਂ ਹੀ ਪੈਂਦੀਆਂ ਨੇ। ਅੰਨ ਜਿਹੜਾ ਹੈ ਉਹ ਨਿਖੁੱਟਣ ਲੱਗਾ, ਘਟਣ ਲੱਗਾ। ਹੁਣ ਸਿੰਘ ਜਾ ਕੇ ਦੁਸ਼ਮਣ ਦਲ ਦੇ ਬਾਜ਼ਾਰਾਂ ਵਿੱਚ ਹਮਲਾ ਕਰਦੇ ਆ। ਉੱਥੋਂ ਜਾ ਕੇ ਫਿਰ ਸਿੰਘ ਰਸਤ ਬਸਤ ਵੀ ਜਿਹੜੀ ਹੈ, ਅੰਨ ਆਦਿ ਕਾਟਾ ਵਗੈਰਾ, ਉਹ ਵੀ ਸਿੰਘ ਜਾ ਕੇ ਸ਼ੇਰ ਪੰਜਾ ਮਾਰ ਕੇ ਲੈ ਆਉਂਦੇ ਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਨਮਸਕਾਰ ਹੈ ਐਸੇ ਮਹਾਪੁਰਸ਼ਾਂ ਨੂੰ, ਗੁਰਮੁਖਾਂ ਨੂੰ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਿਆਂ ਪਰਮ ਪਦਵੀ ਨੂੰ ਪ੍ਰਾਪਤ ਕੀਤਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म हे पूरन हे सर्वमय दुख भंजन गुणता हे संगी हे निरंकार हे निर्गुण सब टेक हे गोबिंद हे गुण निधान जाकर हे
ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਏ ਸੰਤਹ ਕੈ ਸਦਾ ਸੰਗ ਏ ਧਾਰਾ ਆਧਾਰ ਏ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਆਖੋ ਹੀਐ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇ ਬੰਦੇ ਗੁਰ ਪਾਰੀ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇ ਬੰਦੇ ਗੁਰ ਪਾਰੀ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।